ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਖਬਰਾਂ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੇ ਮੇਰੇ ਨਾਲ ਨੇ ਅੱਜ ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪੰਨੂ। ਵਿਸ਼ਾ ਰਹੇਗਾ ਨਵਜੋਤ ਸਿੰਘ ਸਿੱਧੂ ਤੇ ਕਾਂਗਰਸੀ ਕਲਚਰ, ਤੇ ਇਸ ਤੋਂ ਇਲਾਵਾ ਜਿਹੜਾ ਉਹ ਥੋੜ੍ਹੇ ਜਿਹੇ ਮੁੱਦੇ ਜਿਹੜੇ ਕਰੰਟ ਹੋਰ ਲਿੱਤੇ ਜਾਣਗੇ ਜਿਨ੍ਹਾਂ ਦੇ ਨਾਲ ਆਪਾਂ ਅੱਜ ਜੁੜੇ ਹੋਏ ਹਾਂ। ਪੰਨੂ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ ਕੁਲਵੰਤ ਸਿੰਘ ਜੀ, ਧੰਨਵਾਦ। ਪੰਨੂ ਸਾਹਿਬ, ਨਵਜੋਤ ਸਿੰਘ ਸਿੱਧੂ ਅੱਜ ਫੇਰ ਗਰਜੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਗੜ੍ਹ 'ਚ ਗਰਜੇ ਨੇ। ਕੀ ਲੱਗਦਾ ਹੈ ਕਿ ਕਿਸੇ ਗੱਲ ਦਾ ਰੋਸਾ ਜ਼ਾਹਰ ਕਰਨ ਆਏ ਨੇ ਪਟਿਆਲੇ 'ਚ, ਜਾਂ ਫਿਰ ਪਟਿਆਲੇ ਨੂੰ ਕਿਉਂ ਚੁਣ ਲਿਆ ਇਹਨਾਂ ਨੇ? ਨਹੀਂ, ਪਟਿਆਲਾ ਉਹਨਾਂ ਦਾ ਸ਼ਹਿਰ ਵੀ ਹੈ, ਕਿਉਂਕਿ ਪਿੱਛੇ ਜੇ ਤਾਂ ਉਹ ਕਹਿ ਗਏ ਸੀ ਮੈਂ ਪਟਿਆਲੇ 'ਚ ਨਹੀਂ ਆਊਂਗਾ, ਮੈਂ ਤਾਂ ਕਹਿ ਰਿਹਾ। ਨਹੀਂ, ਜੱਦੀ ਸ਼ਹਿਰ ਤਾਂ ਉਹਨਾਂ ਦਾ ਹੈ, ਉਹਨਾਂ ਦਾ ਜੱਦੀ ਘਰ ਵੀ ਹੈ ਇੱਥੇ। ਔਰ ਨਵਜੋਤ ਕੌਰ ਸਿੱਧੂ ਹੋਰਾਂ ਨੇ ਤਾਂ ਤਕਰੀਬਨ ਪਿਛਲੇ 6-7 ਮਹੀਨੇ ਤੋਂ ਇੱਥੇ ਸਰਗਰਮੀਆਂ ਆਰੰਭੀਆਂ ਹੋਈਆਂ ਨੇ। ਜਿਹੜੇ ਰਾਜਨੀਤਿਕ ਸੂਤਰ ਆ ਉਹ ਦੱਸਦੇ ਆ ਕਿ 2024 ਦੀ ਲੋਕ ਸਭਾ ਦੀ ਤਿਆਰੀ ਉਹ ਕਰ ਰਹੇ ਆ ਪਟਿਆਲੇ ਤੋਂ ਨਵਜੋਤ ਕੌਰ ਸਿੱਧੂ ਹੋਰੀ। ਤੇ ਉਹਨਾਂ ਨੇ ਆਪਣਾ ਜਿਹੜਾ ਪੁਰਾਣਾ ਘਰ ਹੈ ਉਹਨੂੰ ਰੈਨੋਵੇਟ ਵਗੈਰਾ ਕਰਾ ਕੇ ਇੱਥੇ ਹੀ ਬਹੁਤੀ ਦੇਰ ਉਹ ਰਹਿੰਦੇ ਆ। ਇਹ ਫੇਰੀਆਂ ਕਾਫੀ ਵਧੀਆ ਨੇ। ਸ਼ਾਇਦ ਹੋ ਸਕਦਾ ਜੀ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਹੋਵੇ ਵੀ ਜੇ ਇੱਕ ਵੱਡਾ ਘਰ ਜਿਹੜਾ ਉਹ ਸਿਆਸਤ 'ਚ ਡਾਊਨ ਹੁੰਦਾ ਤਾਂ ਇੱਕ ਵੱਡਾ ਘਰ ਉੱਪਰ ਆਵੇ, ਕਿਉਂਕਿ ਤੁਹਾਡੀ ਮੇਰੀ ਵਾਰੀ ਤਾਂ ਨਹੀਂ ਨਾ ਆਉਣੀ ਤਾਂ ਵੱਡੇ ਵੱਡੇ ਘਰਾਂ ਦੀ। ਪਟਿਆਲਵੀਆਂ ਨੂੰ ਤਾਂ ਫਾਇਦਾ ਹੀ ਹੈ। ਹਾਂ, ਨਹੀਂ ਫਾਇਦਾ, ਦੇਖੋ ਗੱਲ ਆਈ ਥਿੰਕ ਪਟਿਆਲਵੀਆਂ ਤੱਕ ਸੀਮਤ ਨਾ ਰਹਿ ਕੇ ਪੰਜਾਬ ਨੂੰ ਕਿਹਦੇ ਨਾਲ ਫਾਇਦਾ ਹੁੰਦਾ, ਅਸੀਂ ਤਾਂ ਉਹਦੇ ਨਾਲ ਖੜੇ ਹਾਂ। ਪੰਜਾਬ ਤਾਂ ਪਹਿਲਾਂ ਹੀ ਚਿੜੀ ਦੇ ਪਹੁੰਚੇ ਜਿੰਨਾ। ਅਸੀਂ ਮਾਝੇ, ਦੁਆਬੇ, ਮਾਲਵੇ ਜਾਂ ਸ਼ਹਿਰਾਂ ਦੇ ਰੂਪ ਦੇ ਵਿੱਚ ਅਸੀਂ ਤਾਂ ਗੱਲ ਓਵਰਆਲ ਪੰਜਾਬ ਦੀ ਕਰਦੇ ਹਾਂ। ਜਿਹੜਾ ਪੰਜਾਬ ਦੀ ਗੱਲ ਕਰੂਗਾ ਅਸੀਂ ਉਹਦੇ ਹਾਂ ਜੀ, ਸਿੰਪਲ ਜੀ। ਤੇ ਪੱਤਰਕਾਰ ਸੰਮੇਲਨ ਦੇ ਵਿੱਚ ਆਪਾਂ ਬੜੀ ਨਿਗਾਹ ਲਾਈ ਹੋਈ ਸੀ, ਸਾਰੇ ਪੱਤਰਕਾਰਾਂ ਨੇ ਵੀ ਤੇ ਸਾਰੇ ਸਿਆਸਤਦਾਨਾਂ ਨੇ ਵੀ, ਸਮਾਜ ਦਾ ਭਲਾ ਚਾਹੁਣ ਵਾਲਿਆਂ ਨੇ ਵੀ, ਤੇ ਖਾਸ ਕਰਕੇ ਕਿਸਾਨਾਂ ਨੇ ਵੀ, ਕਿ ਪਤਾ ਨਹੀਂ ਕੀ ਨਿਕਲ ਕੇ ਸਾਹਮਣੇ ਆਉਣ ਵਾਲਾ। ਨਿਗਾਹ ਟਿਕੀ ਹੋਈ ਪਰ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ। ਦੇਖੋ, ਇਹ ਆ ਕਿ ਜਿਹੜੇ ਕਾਗਜ਼ ਪੱਤਰ ਉਹਨਾਂ ਦੇ ਕੋਲੇ ਸੀਗੇ ਜਾਂ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਕੁਲਵੰਤ ਸਿੰਘ ਜੀ, ਨੋ ਡਾਊਟ ਇਸ ਵੇਲੇ ਜਿਹੜੇ ਕੇਂਦਰ ਦੀ ਸਰਕਾਰ ਦੇ ਵੱਲੋਂ ਧੱਕੇ ਕੀਤੇ ਜਾ ਰਹੇ ਆ ਪੰਜਾਬ ਦੇ ਨਾਲ। ਪੰਜਾਬ ਬਲਦੀ ਦੇ ਬੂਥੇ ਹਮੇਸ਼ਾ ਹੀ ਆਉਂਦਾ ਰਿਹਾ, ਚਾਹੇ ਕੇਂਦਰ ਦੇ ਵਿੱਚ ਕਿਤੇ ਵੀ ਰਹੀਏ। ਮੈਨੂੰ ਇਉਂ ਲੱਗਦਾ ਹੁੰਦਾ ਕਿ ਜਿਹੜੀ ਦਿੱਲੀ ਆ ਉਹ ਪੰਜਾਬ ਦੇ ਵਾਸਤੇ ਸਿੰਬੋਲਿਕ ਰੂਪ ਦੇ ਵਿੱਚ ਉਹਦੀ ਕਦੀ ਸਾਥੀ ਨਹੀਂ ਰਹੀ ਜੀ। ਉਹਨੇ ਕੁਝ ਚੰਗਾ ਨਹੀਂ ਕੀਤਾ, ਚਾਹੇ ਤੁਸੀਂ ਮੁਗਲ ਸਾਮਰਾਜ ਤੋਂ ਜਿਹੜਾ ਉਹ ਲੈ ਲਓ ਜੀ, ਜਿੰਨਾ ਕੁ ਆਪਾਂ ਇਤਿਹਾਸ ਜਾਣਦੇ ਹਾਂ ਉਦੋਂ ਤੋਂ ਤੁਸੀਂ ਲਾ ਲਓ। ਮਤਲਬ ਕਿ ਧਾੜਵੀ ਹੀ ਬਣ ਕੇ ਜਿਹੜਾ ਉਹ ਇੱਧਰ ਆਉਂਦੇ ਰਹੇ। ਪੰਜਾਬ ਤਾਂ ਸਗੋਂ ਉਹੋ ਜਿਹਾ ਰਿਹਾ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ, ਇਹ 2 ਵਾਰੀ ਲੁੱਟਿਆ ਜਾਂਦਾ ਹੁੰਦਾ ਸੀ ਖਿੱਤਾ ਪੂਰਾ, ਜਿਹੜਾ ਉਦੋਂ ਬਹੁਤ ਵੱਡਾ ਸੀਗਾ। ਚਲੋ ਅੱਜ ਹਾਂ ਆਉਂਦਿਆਂ ਤੇ ਜਾਂਦਿਆਂ ਤਾਂ ਉਦੋਂ ਕਹਾਵਤਾਂ ਹੁੰਦੀਆਂ ਸੀ, ਖਾ ਲਿਆ ਸੋ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ। ਤੋ ਹੁਣ ਕਹਾਵਤਾਂ ਤਾਂ ਉਹੋ ਜਿਹੀਆਂ ਨੇ ਵੀ ਖਾ ਲਿਆ ਸੋ ਲਾਹੇ ਦਾ ਬਾਕੀ ਇਸੇ ਲਾਣੇ ਦਾ, ਤੁਸੀਂ ਕਹਿ ਲਓ ਜੀ। ਜਿਹੜੇ ਸਿਆਸਤਦਾਨ ਕਾਬਜ਼ ਜਿਹੜੇ ਉਹ ਹੋ ਗਏ, ਉਹ ਬਹੁਤਾ ਕੋਈ ਜ਼ਿਆਦਾ ਜਿਹੜਾ ਫਰਕ ਨਹੀਂ ਰਿਹਾ। ਮੋਦੀ ਸ਼ਾਹ, ਹਾਂ ਮੋਦੀ ਸ਼ਾਹ ਦਾ ਕਿਸੇ ਦਾ ਵੀ ਤੁਸੀਂ ਜਿਹੜਾ ਜੀ ਉਹ ਲਾ ਲਓ, ਜਿੰਨੇ ਵੀ ਨੇ ਉਹਨਾਂ ਦਾ ਜਿਹੜਾ ਹੋ ਗਿਆ। ਜਿਹੜੀਆਂ ਗੱਲਾਂ ਸਿੱਧੂ ਸਾਹਿਬ ਨੇ ਕੀਤੀਆਂ ਉਹਦੇ ਵਿੱਚ ਨੋ ਡਾਊਟ ਉਹ ਗੱਲਾਂ ਨੇ, ਚਾਹੇ ਸਿੱਧੀ ਅਦਾਇਗੀ ਦਾ ਮਾਮਲਾ ਹੈ, ਖੇਤੀ ਕਾਨੂੰਨਾਂ ਵਾਲਾ ਮਾਮਲਾ। ਕੁਲਵੰਤ ਸਿੰਘ ਜੀ, ਜਿਹੜਾ ਇਹ ਕਿਸਾਨ ਅੰਦੋਲਨ ਆ, ਇਹਦੇ ਆਗੂਆਂ ਨੇ ਸਰਕਾਰ ਦੇ ਨਾਲ 11 ਮੀਟਿੰਗਾਂ ਕਰਕੇ ਤੇ ਉਹਨਾਂ ਨੂੰ ਪ੍ਰਚਾਰ ਕੇ ਇੰਨਾ ਕੁ ਖੁਲਾਸਾ ਇਹਨਾਂ ਬਿੱਲਾਂ ਦਾ ਜਿਹੜਾ ਉਹ ਕਰ ਦਿੱਤਾ ਹੋਇਆ। ਸਰਕਾਰ ਜੋ ਮਰਜ਼ੀ ਕਰੀ ਚੱਲੇ, ਲੋਕਾਂ ਨੂੰ ਸਮਝ ਆ ਗਈ ਹੋਈ ਹੈ, ਕਿਸਾਨਾਂ ਨੂੰ ਸਮਝ ਆ ਗਈ ਹੋਈ ਹੈ। ਬਿਹਾਰ ਵਰਗੇ ਸੂਬੇ, ਕਰਨਾਟਕ ਵਰਗੇ ਸੂਬੇ, ਪੱਛਮੀ ਬੰਗਾਲ ਵਰਗੇ ਸੂਬੇ 'ਚ ਸਮਝ ਆ ਗਈ ਵਾਕਿਆ ਹੀ ਸਾਨੂੰ ਤਾਂ MSP ਨਹੀਂ ਮਿਲਦੀ। ਸਾਡੀ ਚੀਜ਼ ਜਿਹੜਾ ਸਰਕਾਰ ਨੇ 1880 ਰੁਪਏ ਮੁੱਲ ਮਿਥਿਆ ਹੋਇਆ, ਉਹ ਸਾਥੋਂ 900 ਰੁਪਈਆ ਚੁੱਕ ਕੇ ਲਿਜਾ ਕੇ ਉੱਥੇ 1880 ਦੀ ਵੇਚ ਦਿੰਦੇ। ਸਾਨੂੰ 1880 ਕਿਉਂ ਨਹੀਂ ਦਿੰਦੇ? ਇਹ ਜਿਹੜਾ ਸਵਾਲ ਆ ਉਹ ਉਹਨਾਂ ਦੇ ਸਮਝ ਆ ਗਿਆ। ਜਿਹੜੀਆਂ ਗੱਲਾਂ ਸਿੱਧੂ ਸਾਹਿਬ ਉਹਦੇ ਵਿੱਚ ਜਾਂ ਉਹਨਾਂ ਦੇ ਨਾਲ ਜਿਹੜੇ ਬੈਠੇ, ਜੇ ਤੁਸੀਂ ਪ੍ਰੈਸ ਕਾਨਫਰੰਸ ਦੇਖੀ, ਉਹ ਪੇਪਰ ਦੇ ਰੂਪ ਦੇ ਵਿੱਚ ਉਹ ਦਿੰਦੇ, ਉਹ ਤੁਹਾਨੂੰ ਵੀ ਪਤਾ, ਉਹ ਮੈਨੂੰ ਵੀ ਪਤਾ। ਚਲੋ ਸਾਡੀ ਤਾਂ ਇੱਕ ਲਾਈਨ ਹੈ, ਤੁਸੀਂ ਕਿਸੇ ਵਿਅਕਤੀ ਦੇ ਨਾਲ ਗੱਲ ਕਰ ਲਓ ਜੀ, ਉਹਨੂੰ ਪਤਾ। ਇਹਦੇ 'ਚ ਸਿੱਧੂ ਸਾਹਿਬ ਨੇ ਜਿਹੜਾ ਜੀ ਉਹ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੀ ਏਡੀ ਵੱਡੀ ਜਿਹੜੀ ਜੋ ਗੱਲ, ਜਿਵੇਂ ਕੱਲ੍ਹ ਦਾ ਪ੍ਰਚਾਰਿਆ ਜਾ ਰਿਹਾ ਸੀਗਾ ਕਿ ਉਹ ਬਹੁਤ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਆ, ਉਹ ਧਮਾਕਾ ਕਰ ਸਕਦੇ ਆ। ਆਈ ਥਿੰਕ ਕਿਤੇ ਨਾ ਕਿਤੇ ਜੇ ਉਹ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਤਾਂ ਇੰਨਾ ਹੋ ਸਕਦਾ ਸੀਗਾ ਕਿ ਉਹਨੂੰ ਹਾਈਪ ਨਾ ਕ੍ਰੀਏਟ ਹੁੰਦਾ। ਹਾਈਪ ਕ੍ਰੀਏਟ ਕਰਨ ਦੇ ਵਾਸਤੇ ਉਹਨਾਂ ਨੇ ਪਟਿਆਲੇ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕੀਤੀ। ਪੱਤਰਕਾਰਾਂ ਨੂੰ ਵੀ ਸਦਾ ਚੰਡੀਗੜ੍ਹੋਂ ਹੀ ਜਿਹੜਾ ਜੀ ਉਹ ਦਿੱਤਾ, ਚੰਡੀਗੜ੍ਹ ਜਿਹੜਾ ਸੀ ਉਹ ਕਰ ਲੈਂਦੇ। ਆਈ ਥਿੰਕ ਉਹਦੇ ਵਿੱਚੋਂ ਕੋਈ ਬਹੁਤਾ ਜ਼ਿਆਦਾ ਕੱਢਣ ਪਾਉਣ ਨੂੰ ਨਹੀਂ ਸੀ। ਇੱਦਾਂ ਹੈ ਕਿ ਜਿਵੇਂ ਉਹ ਕਹਿਣਾ ਤਾਂ ਚਾਹੁੰਦੇ ਆ ਪਰ ਡਰਦੇ ਨਹੀਂ ਕਹਿ ਰਹੇ। ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ, ਉਹ ਜੁਰਤ ਨਹੀਂ ਪੈਦਾ ਕਰ ਪਾ ਰਹੇ ਕਿ ਮੈਂ ਆਹ ਜਿਹੜੀ ਚੀਜ਼ ਆ ਉਹ ਕਹਿਣੀ ਆ, ਉਹ ਇਹ ਨਹੀਂ ਕਹਿ ਪਾ ਰਹੇ ਕਿ 2 ਸਾਲ ਤੋਂ ਉਹਨਾਂ ਨਾਲ ਧੱਕਾ ਹੋ ਰਿਹਾ। ਇਸੇ ਕਰਕੇ ਉਹ ਬਾਰ-ਬਾਰ ਇਹ ਕਹਿੰਦੇ ਰਹੇ ਵੀ ਮੇਰੇ ਮੂੰਹ 'ਚ ਨਾ ਪਾਓ ਗੱਲ, ਤੋ ਮੈਂ ਜੋ ਕਹਿਣਾ ਮੈਂ ਆਪ ਕਹੂੰਗਾ, ਪਰ ਕਹਿ ਕੁਛ ਵੀ ਨਹੀਂ ਰਹੇ। ਦੇਖੋ
ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੀ ਹੁੰਦੀ ਆ ਜੀ, ਕਿ ਜਿਹੜਾ ਪੱਤਰਕਾਰ ਆ ਉਹਨਾਂ ਨੇ ਪ੍ਰਵੋਕ ਕਰਨਾ, ਉਹਨੇ ਕਢਵਾਉਣਾ ਕਾਊਂਟਰ ਕੁਐਸਚਨ ਜਿਹੜਾ ਜੀ। ਇਹ ਹਮੇਸ਼ਾ ਜਿਹੜੀਆਂ ਪ੍ਰੈਸ ਕਾਨਫਰੰਸਾਂ ਵੱਡੀਆਂ ਨੇ ਜਾਂ ਜਿਹੜੀ ਜਰਨਲਿਜ਼ਮ ਆ ਜੀ ਉਹਦੇ ਵਿੱਚ ਇਹ ਪੜ੍ਹਾਇਆ ਜਾਂਦਾ, ਤੁਹਾਨੂੰ ਪਤਾ ਜੀ। ਇੱਕ ਕੁਐਸਚਨ ਇੱਕ ਕਾਊਂਟਰ, ਇਹ ਮੋਸਟਲੀ ਪ੍ਰੈਸ ਕਾਨਫਰੰਸਾਂ 'ਚ ਪਹਿਲਾਂ ਚੱਲਦਾ ਹੁੰਦਾ ਸੀਗਾ, ਕਿਉਂਕਿ ਜਿਹੜਾ ਪੱਤਰਕਾਰ ਆ ਜਿੰਨੀ ਦੇਰ ਤੱਕ ਉਹ ਸੈਟਿਸਫਾਈਡ ਨਹੀਂ ਹੋਇਆ ਉਹਨੂੰ ਇੱਕ ਕਾਊਂਟਰ ਦਾ ਜਿਹੜਾ ਉਹ ਮਿਲਦਾ ਹੁੰਦਾ ਸੀ। ਹੁਣ ਉਹ ਸਾਰਾ ਕੁਝ ਖਤਮ ਹੋ ਗਿਆ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਕੁਲਵੰਤ ਸਿੰਘ ਜੀ ਜਿਹੜੇ ਉਹ ਕੱਚ ਘਰੜ ਆ ਗਏ, ਉਹਨੂੰ ਸਵਾਲ ਨਹੀਂ ਪੁੱਛਣਾ ਹੁੰਦਾ ਕਿਉਂਕਿ ਹੋਮਵਰਕ ਨਹੀਂ ਹੈਗਾ ਕਿਸੇ ਦਾ। ਉਹਨੇ ਵੀ ਕੰਮ ਬਹੁਤ ਪੇਤਲਾ ਜਿਹੜਾ ਜੀ ਉਹ ਕਰ ਦਿੱਤਾ। ਪਰ ਜੇ ਕੋਈ ਪੱਤਰਕਾਰ ਜਿਹੜਾ ਸਵਾਲ ਪੁੱਛ ਰਿਹਾ ਉਹਨੂੰ ਤਾਂ ਇਹ ਚਾਹੀਦਾ ਨਾ ਕਿ ਇੱਕ ਤਾਂ ਉਹਦਾ ਸਵਾਲ ਘੱਟੋ ਘੱਟ ਪਹਿਲਾਂ ਸੁਣ ਲਿਆ ਜਾਵੇ। ਔਰ ਜਿਹੜੀ ਗੁਰਬਾਣੀ ਹੈ, ਗੁਰੂ ਨਾਨਕ ਸਾਹਿਬ ਦਾ ਕਥਨ ਹੈ ਨਾ, ਉਹ ਇਹ ਕਹਿੰਦੇ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਜਦੋਂ ਤੁਸੀਂ ਸੁਣਨ ਦੀ ਪ੍ਰਵਿਰਤੀ ਬਣਾ ਲਈ, ਜਦੋਂ ਤੁਸੀਂ ਸੁਣਨ ਲੱਗ ਗਏ ਫਿਰ ਤੁਸੀਂ ਕਹਿਣ ਲੱਗ ਜਾਓਗੇ। ਪਰ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਪੰਨੂ ਸਾਹਿਬ ਕਿ ਬੋਲਣਾ ਤਾਂ ਬੱਚਾ ਜਿਹੜਾ ਉਹ 1 ਸਾਲ ਦੀ ਉਮਰ 'ਚ ਸਿੱਖ ਜਾਂਦਾ, ਪਰ ਕੀ ਬੋਲਣਾ ਇਹ ਸ਼ਾਇਦ ਉਹਨੂੰ ਕਈ ਵਾਰ ਸਾਰੀ ਉਮਰ ਹੀ ਨਹੀਂ ਪਤਾ ਲੱਗਦਾ। ਕੁਝ ਕਿਹਾ ਜਾ ਸਕਦਾ ਨਾ ਪਰ ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ, ਸਾਰੀ ਉਮਰ ਹੀ ਕਈ ਵਾਰੀ ਜਿਹੜਾ ਨਹੀਂ। ਦੇਖੋ ਇਹ ਗੱਲ ਜਿਹੜੀ ਕਹਿਣੀ, ਇੱਕ ਤਾਂ ਸਿੱਧੂ ਸਾਹਿਬ ਸੀਨੀਅਰ ਨੇ, ਹੁਣ ਉਹਨਾਂ ਨੂੰ ਮੰਨਣੀ ਜਿਹੜਾ ਦੀ ਉਹ ਚਾਹੀਦੀ ਹੈ। ਜੇ ਹੁਣ ਮੈਂ ਕੱਲ੍ਹ ਨੂੰ ਕੁਲਵੰਤ ਸਿੰਘ ਜੀ ਮੇਰੇ ਵੀ ਵਾਲ ਚਿੱਟੇ ਨੇ, ਮੈਂ ਵੀ 50 ਕ੍ਰੋਸ ਕਰ ਗਿਆ ਹੋਇਆ, ਅਤੇ ਮੈਂ ਜੇ ਇਹ ਕਹਾਂ ਕਿ ਮੈਂ 15-16 ਸਾਲ ਦੇ ਕੋਈ ਨੌਜਵਾਨ ਵਰਗੀ 18-19 ਸਾਲ ਦੇ ਨੌਜਵਾਨ ਵਰਗੀ ਕੋਈ ਜਿਹੜੀ ਉਹ ਗੱਲ ਉਹੋ ਜਿਹੀ ਹਰਕਤ ਜਿਹੜੀ ਉਹ ਕਰਨੀ ਹੈ, ਅਤੇ ਫਿਰ ਮੇਰਾ ਖਿਆਲ ਤਾਂ ਸਮਝ ਤਾਂ ਮੈਨੂੰ ਹੀ ਚਾਹੀਦੀ ਹੈ ਨਾ ਉਸ ਚੀਜ਼ ਦੀ। ਤੁਸੀਂ ਇਹ ਕਹਿਣਾ ਠੋਕੋ, ਟਿਕਾ ਕੇ ਠੋਕੋ, ਮੈਂ ਤਾਂ ਆਹ ਕਰ ਦੂੰ, ਇੱਕ ਵਾਰੀ ਹੋਰ ਠੋਕੋ ਤਾਲੀ, ਜਾਂ ਅੱਜ ਜੋ ਕੁਛ ਉਹ ਕਹਿ ਰਹੇ ਸੀ ਜੇ ਮੈਂ ਆਹ ਨਾ ਕਰ ਸਕਿਆ ਮੈਨੂੰ ਜੱਟ ਦਾ ਪੁੱਤ ਨਾ ਕਿਉਂ, ਮੈਨੂੰ ਜੱਟ ਦਾ ਪੁੱਤ ਨਾ। ਇਹ ਇੱਕ ਸਿੰਸੀਅਰ ਜਿਹੜਾ ਲੀਡਰ ਹੈ, ਮੈਚੋਰ ਲੀਡਰ ਹੈ ਜਿਹੜਾ, ਉਹਦੇ ਵਾਲੇ ਬਾਡੀ ਲੈਂਗੁਏਜ ਨਹੀਂ ਗੀ ਜੀ। ਪਰ ਜੇ ਆਪਾਂ ਇਹਨੂੰ ਇਹ ਕਹਿ ਸਕੀਏ ਵੀ ਉਹ ਇਹ ਸੋਚਦੇ ਨੇ ਕਿ ਲੋਕ ਚਾਹੁੰਦੇ ਹੀ ਇਹ ਨੇ ਕਿ ਜਿਵੇਂ ਯਾਦ ਕਰੋ 2007 ਤੋਂ ਪਹਿਲਾਂ 2002 ਦੀ ਜਿਹੜੇ ਚੋਣਾਂ ਹੋਈਆਂ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਖੂੰਡਾ ਦਿਖਾਇਆ ਸੀ, ਅਤੇ ਉਹ ਖੂੰਡਾ ਵੀ ਜਿਹੜਾ ਲੋਕਾਂ ਨੂੰ ਬੜਾ ਪਸੰਦ ਆਇਆ, ਅਤੇ ਉਸ ਤੋਂ ਬਾਅਦ ਵੋਟਾਂ ਜਿਸ ਤਰ੍ਹਾਂ ਪਈਆਂ ਅਤੇ ਉਹ ਲੋਕਾਂ ਨੇ ਇਹਨਾਂ ਨੇ ਸੋਚਿਆ ਵੀ ਇਹ ਖੂੰਡਾ ਜਿਹੜਾ ਇਹ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਪਸੰਦ ਆਇਆ, ਜਿਹੜਾ ਕਿ ਖੂੰਡਾ ਜਿਹੜਾ ਉਸ ਤੋਂ ਬਾਅਦ ਜਿਹੜਾ ਉਹ ਫੇਲ ਵੀ ਹੋਇਆ ਕਈ ਵਾਰ ਕਿਉਂਕਿ ਉਹ ਹਰ ਵਾਰ ਖੂੰਡਾ ਨਹੀਂ ਚੱਲਿਆ। ਅਤੇ ਇਹਨਾਂ ਨੇ ਵੀ ਇਹ ਜਿਹੜਾ ਜੋਸ਼ ਜੱਟ ਦਾ ਪੁੱਤ ਅਤੇ ਇਹ ਜਿਸ ਤਰ੍ਹਾਂ ਦੇ ਠੋਕੋ ਤਾਲੀ, ਇਹ ਚੀਜ਼ਾਂ ਇਹ ਸੋਚਦੇ ਨੇ ਵੀ ਜਿਹੜੇ ਪੰਜਾਬੀਆਂ ਦੇ ਵਿੱਚ ਜੋਸ਼ ਹੈ ਜੀ, ਉਹ ਇਹ ਇੱਦਾਂ ਦੀਆਂ ਗੱਲਾਂ ਹੀ ਪਸੰਦ ਕਰਦੇ ਨੇ। ਨਹੀਂ, ਇਹ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਕੱਟਦਾ ਨਹੀਂ ਤੁਹਾਡੀ ਗੱਲ। ਪੰਜਾਬ ਦੇ ਵਿੱਚ ਜਿਹੜਾ ਰਾਜਨੀਤਿਕ ਭਾਸ਼ਣ ਹੈ, ਕਿਉਂਕਿ ਜੇ ਕੋਈ ਸਾਡੇ ਵਰਗਾ ਬੰਦਾ ਕੋਈ ਭਾਰੇ ਲਫ਼ਜ਼ ਬੋਲੇ ਜਾਂ ਹੌਲੀ ਬੋਲੇ, ਅਗਲੇ ਦੀ ਗੱਲ ਸੁਣ ਕੇ ਬੋਲੇ, ਉਹ ਘੱਟ ਸੁਣੀ ਜਾਂਦੀ ਹੈ, ਸਿੰਪਲ ਜੀ ਗੱਲ ਹੈ। ਨਹੀਂ, ਪਰ ਮੈਂ ਇੱਥੇ ਰੋਕਾਂਗਾ ਤੁਹਾਨੂੰ, ਸੌਰੀ। ਯਾਦ ਕਰੋ ਅਟਲ ਬਿਹਾਰੀ ਵਾਜਪਾਈ ਨੂੰ, ਉਹ ਮੈਨੂੰ ਲੱਗਦਾ ਫੁਟੇਜ ਬਹੁਤ ਖਾਂਦੇ ਸੀਗੇ, ਉਹ ਆਰਾਮ ਨਾਲ ਬੋਲਦੇ ਸੀ, ਪਰ ਫਿਰ ਵੀ ਉਹ ਪ੍ਰਧਾਨ ਮੰਤਰੀ ਬਣ ਗਏ। ਨਹੀਂ, ਉਹੋ ਜਿਹੇ ਤਾਂ ਖੈਰ ਉਹ ਪੇਸ਼ੈਂਸ ਵਾਲੇ ਲੋਕ ਸੀਗੇ, ਉਹਨਾਂ ਤੋਂ ਸਿੱਖਣ ਵਾਲੀਆਂ ਜਿਹੜੀਆਂ ਉਹ ਚੀਜ਼ਾਂ ਨੇ, ਕਿਸੇ ਵੀ ਪਾਰਟੀ ਦੇ ਹੋਣ। ਮੈਂ ਸਮਝਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਵੀ ਸਿੱਖਣ ਵਾਲੀ ਜਿਹੜੀ ਚੀਜ਼ ਆ, ਉਹ ਵੀ ਬੜੀ ਪੇਸ਼ੈਂਸ ਦੇ ਨਾਲ ਜਿਹੜੇ ਉਹ ਗੱਲ ਕਰਦੇ ਨੇ। ਰਾਜਨੀਤਿਕ ਆਪਣੀ ਜਗ੍ਹਾ ਦੇ ਉੱਤੇ ਰਾਜਨੀਤੀ ਜਿਹੜੀ ਜੀ, ਉਹ ਜੇ ਇੰਨੀ ਦੇਰ ਕਾਮਯਾਬ ਰਹੇ ਤੇ ਗੱਲ ਕੀ ਸੀ, ਉਹਨਾਂ ਦੇ ਵਿੱਚ ਪੇਸ਼ੈਂਸ ਜਿਹੜੀ ਉਹ ਸੀਗੀ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਪੰਜਾਬ ਦੇ ਵਿੱਚ ਇਹ ਚੀਜ਼ ਚੱਲਦੀ ਹੈ, ਬਿਲਕੁਲ ਇਹ ਜੱਟ ਰਾਜਨੀਤੀ ਹੈ। ਜਿਹੜੀ ਜੱਟਾਂ ਦੀ ਰਾਜਨੀਤੀ ਹੈ ਨਾ ਕੁਲਵੰਤ ਸਿੰਘ ਜੀ, ਇਹ ਡੱਡੂਆਂ ਦੀ ਪੰਸੇਰੀ ਹੈ। ਇਹ ਇਕੱਠੇ ਤੁਸੀਂ ਉਹਨੂੰ ਛਾਬੇ 'ਚ ਨਹੀਂ ਰੱਖ ਸਕਦੇ, ਜਿਹੜਾ ਉਹ ਇੱਕ ਬੁੜਕ ਕੇ ਇੱਧਰ ਨੂੰ ਜਾਓਗੇ ਤਾਂ ਉੱਥੇ ਉਹੋ ਜਿਹੀ ਚੱਲਦੀ ਹੈ। ਇਹ ਪਾਇਆ ਜਾਂਦਾ ਕਿ ਇਹੋ ਜਿਹੀ ਰਾਜਨੀਤੀ ਹੀ ਚੱਲਣੀ ਹੈ, ਇੱਥੇ ਉਹ ਨਹੀਂ ਚੱਲਣੀ। ਪਰ ਆਪਾਂ ਨੂੰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ, ਜਿਹੜੀ ਤੁਸੀਂ 2007 ਦੀ ਗੱਲ ਕਰਦੇ ਹੋ, 7 ਦੇ ਵਿੱਚ 2007 ਦੀ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਬਣੇ ਆ, ਜਦੋਂ ਦੁਬਾਰਾ ਬਣਦੇ ਸੀ, ਜਾਂ 2002 ਤੋਂ 7 ਤੱਕ ਤਾਂ ਉਹ ਰਹੇ, ਜਦੋਂ ਇੱਕ ਵਾਰੀ 2 'ਚ ਉਹਨਾਂ ਨੇ ਖੂੰਡਾ ਦਿਖਾ ਕੇ ਜਿੱਤ ਹਾਸਲ ਕੀਤੀ, 7 'ਚ ਉਹ ਫੇਲ ਹੋ ਗਿਆ ਖੂੰਡਾ। ਜਿਹੜੇ 2002 ਦੇ ਵਿੱਚ ਬੱਚੇ ਜੰਮੇ, ਉਹ ਅੱਜ ਵੋਟਰ ਬਣ ਗਏ। ਬਿਲਕੁਲ ਠੀਕ ਹੈ ਜੀ। ਅੱਛਾ, ਉਹਨਾਂ ਦੀ ਸੋਚ ਦੇ ਵਿੱਚ ਫਰਕ ਆ ਗਿਆ। ਕੁਲਵੰਤ ਸਿੰਘ ਜੀ, ਅੱਜ ਜਿਹੜਾ ਮੋਬਾਈਲ ਆ ਗਿਆ, ਜਿਹੜਾ ਇੰਟਰਨੈਟ ਆ ਗਿਆ, ਉਹਦੇ ਉੱਤੇ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ, ਤੁਸੀਂ ਉਹਨੂੰ ਉਹ ਪਹਿਲਾਂ ਵਾਂਗੂ ਬੁੱਧੂ ਨਹੀਂ ਬਣਾ ਸਕਦੇ ਕਿ ਮੈਂ ਤੁਹਾਨੂੰ ਕੋਈ ਇਹੋ ਜਿਹੀਆਂ ਗੱਲਾਂ ਸੁਣਾਦਾ ਜਿਹਦਾ ਕੋਈ ਸਿਰ ਪੈਰ ਹੀ ਨਾ ਹੋਵੇ, ਪਤਾ ਨਹੀਂ ਇੱਧਰੋਂ ਫੜਿਆ। ਉਹ ਇਹ ਕਹਿੰਦੇ ਆ ਸਾਡੇ ਕੋਲੇ ਇੱਥੋਂ ਤੱਕ ਜਾਣਕਾਰੀ ਆ, ਜੇ ਤਾਂ ਇਹਦੇ ਤੋਂ ਉੱਪਰ ਤੇਰੇ ਕੋਲੇ ਕੋਈ ਜਾਣਕਾਰੀ ਆ ਤੂੰ ਗੱਲ ਕਰ, ਤੈਨੂੰ ਅਸੀਂ ਸੁਣਾਂਗੇ, ਨਹੀਂ ਤਾਂ ਅੱਗੇ ਤੂੰ ਆਪਣੇ ਰਸਤਾ ਜਿਹੜਾ ਉਹ ਸਾਈਡ ਤੇ ਹੋ ਜਾ। ਇਹ ਗੱਲ ਰਾਜਨੀਤਿਕਾਂ ਨੂੰ ਵੀ ਸਮਝਣੀ ਪਊਗੀ। ਤੁਸੀਂ ਇਹ ਨਹੀਂ ਕਰ ਸਕਦੇ ਕੁਲਵੰਤ ਸਿੰਘ ਜੀ ਕਿ ਇੱਕ ਚੀਜ਼ ਤੁਸੀਂ ਪਟਿਆਲੇ ਦੇ ਵਿੱਚ ਬੋਲੀ, ਤੁਸੀਂ ਚੰਡੀਗੜ੍ਹ ਜਾ ਕੇ ਕੁਝ ਹੋਰ ਬੋਲਤੀ, ਬਠਿੰਡੇ ਜਾ ਕੇ ਕੁਝ ਹੋਰ ਬੋਲਤੀ, ਜਲੰਧਰ ਜਾ ਕੇ ਕੁਝ ਹੋਰ ਬੋਲਤੀ। ਇਹ ਤਾਂ ਯੁੱਗ ਜਿਹੜਾ ਇੰਨਾ ਫਾਸਟ ਹੈ, ਇੰਨਾ ਤੇਜ਼ ਹੈ ਕਿ 1 ਮਿੰਟ ਦੇ ਵਿੱਚ ਜਿਹੜਾ ਜੀ ਉਹ ਸਾਰੀ ਚੀਜ਼ ਤੁਹਾਡੇ ਕੋਲੇ ਉਹ ਆ ਜਾਣੀ ਹੈ ਘੁੰਮ ਘੁਮਾ ਕੇ। ਹੁਣ ਜਿਹੜਾ ਬੰਦਾ
ਫੈਕਟਸ ਦੇ ਉੱਤੇ ਗੱਲ ਕਰੂਗਾ, ਜਿਹੜਾ ਬੰਦਾ ਫਿਗਰਸ ਦੇ ਨਾਲ ਗੱਲ ਕਰੂਗਾ। ਮੰਨ ਲਓ ਮੈਂ ਇੱਕ ਸੁਨੇਹਾ ਦਿੱਤਾ ਨੌਜਵਾਨਾਂ ਨੂੰ ਕਿ ਤੁਸੀਂ ਇਕੱਠੇ ਹੋ ਕੇ ਇੱਕ ਗੱਲ ਕਰੋ। ਜੇ ਮੰਨ ਲਓ ਤੁਹਾਡੇ ਨਾਲ ਕੋਈ ਬੰਦਾ ਵਾਅਦਾ ਕਰਦਾ ਆਉਣ ਵਾਲੀਆਂ ਵੋਟਾਂ 'ਚ, ਉਹ ਕਹਿੰਦਾ ਮੈਂ ਤੁਹਾਨੂੰ ਮੋਬਾਈਲ ਫੋਨ ਦਊਂਗਾ, ਲੈਟਸ ਸੇ ਕਿੰਨੇ ਮੋਬਾਈਲ ਫੋਨ ਦਊਗਾ? ਉਹ ਕਹਿੰਦਾ ਮੈਂ 5 ਲੱਖ ਦਊਂਗਾ। ਉਹਨੂੰ ਕੋਈ ਇਹਦੇ ਵਾਸਤੇ ਤੇਰੇ ਕੋਲੇ ਸੋਰਸ ਆਫ ਇਨਕਮ ਕੀ ਹੈ? ਬਿਲਕੁਲ ਸਿੰਪਲ ਜੀ ਗੱਲ ਹੈ। ਤੁਹਾਨੂੰ ਇਹ ਲੋਕ ਸਵਾਲ ਕਰਨਗੇ। ਅੱਜ ਤੁਸੀਂ ਮੇਰੀ ਗੱਲ ਨੋਟ ਕਰਨਾ ਜੀ, ਔਰ ਇਹਨਾਂ ਹੀ ਚੋਣਾਂ ਦੇ ਵਿੱਚ ਕਰਨਗੇ। ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹ ਸਵਾਲ ਕਰੂਗੀ, ਸੋਲਿਡ ਸਵਾਲ ਕਰੂਗੀ। ਜਿਹੜੇ ਕਿ ਰੋਕ ਦਿੱਤੇ ਜਾਂਦੇ ਆ, ਉਹ ਸਾਡੇ ਵਰਗੇ ਜਿਹੜੇ ਘੜਮ ਚੌਧਰੀ ਪਿੰਡਾਂ 'ਤੇ ਖੜੇ ਨੇ ਨਾ, ਜੇ ਕੋਈ ਸਵਾਲ ਕਰ ਨਹੀਂ 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 ਤੂੰ ਰਹਿਣ ਦੇ, ਤੂੰ ਪਾਸੇ ਹੋ ਜਾ, ਤੂੰ ਪਾਸੇ ਹੋ ਜਾ, ਉਹ ਬਹੁਤੀ ਦੇਰ ਨਹੀਂ ਜਿਹੜਾ ਜੀ ਕੋਈ ਗੱਲ ਨਹੀਂ ਜੀ। ਇਹ ਸਵਾਲ ਨੇ ਜਿਹੜੇ ਇੰਟਰਨੈਟ ਦੇ ਰਾਹੀਂ ਗਏ ਨੇ, ਨਹੀਂ ਤਾਂ ਅਦਰਵਾਈਜ਼ ਮੀਡੀਆ ਨੇ ਖੇਤੀ ਜਿਹੜਾ ਸੰਘਰਸ਼ ਆ ਉਹਨੂੰ ਕਵਰ ਨਹੀਂ ਕੀਤਾ। ਇਹ ਸੋਸ਼ਲ ਮੀਡੀਆ ਦੇ ਰਾਹੀਂ ਗਏ ਨੇ। ਕਿਉਂ ਗਏ ਨੇ? ਉਹ ਨੌਜਵਾਨਾਂ ਦਾ ਉਹਦੇ ਵਿੱਚ ਬਹੁਤ ਵੱਡੀ ਜਿਹੜੀ ਉਹ ਕੰਟਰੀਬਿਊਸ਼ਨ ਹੈ। ਮੈਂ ਤਾਂ ਕਹਿ ਰਿਹਾ ਤੁਹਾਨੂੰ ਮੈਚੋਰਿਟੀ ਸ਼ੋ ਕਰਨੀ ਪਊਗੀ। ਠੀਕ ਹੈ ਨਾ? ਜੇ ਵੇਖਿਆ ਜਾਵੇ ਤਾਂ ਭਗਵੰਤ ਮਾਨ ਹੋਰਾਂ ਦੇ ਜਿਹੜੇ ਉਹ ਉਠਾਉਂਦੇ ਨੇ ਜਿਹੜੇ ਸਵਾਲ ਦਾ ਪਾਰਲੀਮੈਂਟ ਦੇ ਵਿੱਚ ਬੜੇ ਸੀਰੀਅਸ ਨੇ, ਪਰ ਇੱਕ ਗੱਲ ਜਿਹੜੀ ਜੀ ਉਹ ਇਹ ਕਹਿ ਦਿੱਤੀ ਜਾਂਦੀ ਤੋਂ ਕਮੇਡੀਅਨ ਨੇ, ਉਹਨਾਂ ਦਾ ਪਿਛੋਕੜ ਜਿਹੜਾ ਜੀ ਉਹ ਕਾਮੇਡੀ ਹੈ। ਮਤਲਬ ਕਿ ਲੋਕ ਅੱਜ ਵੀ ਸੀਰੀਅਸ ਨੂੰ ਵੀ ਨਾਲ ਉਹਦਾ ਪਿਛੋਕੜ ਵੀ ਜਿਹੜਾ ਜੀ ਉਹ ਦੇਖਦੇ ਆ। ਬਿਲਕੁਲ, ਜਿਹੜੇ ਖੁੰਦਾ ਖਾਂਦੇ ਨੂੰ ਭੰਡ ਗਏ ਉਹ ਵੱਖਰੇ ਕਹਿੰਦੇ ਆ। ਤਾਂ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਨੇ ਜੋ ਉਹਨਾਂ ਨੇ ਗੱਲ ਕਰੀ, ਮੈਨੂੰ ਜੱਟ ਨਾ ਤੁਸੀਂ ਕਿਉਂ, ਮੈਂ ਤਾਂ ਬਣਾ ਦੂੰ ਬੰਬ, ਇਹ ਵੀ ਉਹ ਜਿਹੜੇ ਉਹ ਗੱਲ ਕਹਿ ਰਹੇ। ਫਿਰ ਜਿਹੜੀ ਗੱਲ ਕਰਦੇ ਆ ਜਿਹੜੀ ਤੁਸੀਂ ਆਪ ਹੀ ਤਾੜੀ ਮਾਰ ਕੇ ਜਿਹੜਾ ਹੱਸਣਾ। ਪ੍ਰਧਾਨ ਮੰਤਰੀ ਹੋਰੀ ਜਿੰਨੀ ਤੇਜ਼ੀ ਦੇ ਨਾਲ ਲੋਕਾਂ ਦੇ ਮਨਾਂ ਦੇ ਉੱਤੇ ਆਏ ਸੀ, ਉਹਨੂੰ ਤੇਜ਼ੀ ਦੇ ਨਾਲ ਲੱਥੇ ਕਿਉਂ? ਉਹਨਾਂ ਦੀ ਜਿਹੜੀ ਭਾਸ਼ਾ, ਜਿਸ ਤਰੀਕੇ ਦੇ ਨਾਲ ਉਹ ਵਰਤਦੇ ਆ, ਤਾੜੀਆਂ ਮਾਰਦੇ ਆ, ਜੋ ਕੁਝ ਲੋਕਾਂ ਨੂੰ ਨਹੀਂ ਪਸੰਦ ਨਾ, ਅੱਜ ਸਿੱਧੂ ਸਾਹਿਬ ਕਰ ਰਹੇ ਸੀ, ਉਹਦੇ ਵਿੱਚੋਂ ਉਹਨਾਂ ਦੀ ਇੱਕ ਮੈਚਿਓਰ ਜਿਹੜੀ ਪਰਸਨੈਲਿਟੀ ਆ ਉਹ ਨਹੀਂ ਜਿਹੜਾ ਉਹ ਝਲਕ ਰਹੀ। ਇਹ ਮੈਚਿਓਰਿਟੀ ਜਿਹੜੀ ਆ ਕਿਸੇ ਵੀ ਸਿਆਸੀ ਨੇਤਾ ਦੇ ਵਿੱਚ ਹੋਣੀ ਬੜੀ ਜ਼ਰੂਰੀ ਹੈ ਜੀ, ਕਿ ਉਹ ਕਿਹੜੀ ਗੱਲ ਕਿੰਨੀ ਨਾਪ ਤੋਲ ਕੇ ਕਹਿ ਰਿਹਾ। ਨਹੀਂ ਤਾਂ ਬਥੇਰੇ ਫਿਰਦੇ ਆ ਜੀ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ। ਉਹ ਸਿਆਣੇ ਕਹਿੰਦੇ ਨਾ ਪਹਿਲਾਂ ਤੋਲੋ ਫਿਰ ਬੋਲੋ, ਇਹ ਬੋਲ ਕੇ ਫਿਰ ਤਕੜੀ ਲੱਭਦੇ ਫਿਰਦੇ ਵੀ ਕਿੰਨੀ ਹੋ ਗਈ, ਕਿੰਨੀ ਭਾਰੀ ਹੋ ਗਈ। ਇਸ ਕਰਕੇ ਅੱਜ ਪੰਜਾਬ ਨੂੰ ਇੱਕ ਮੈਚੋਰ ਲੀਡਰ ਦੀ ਲੋੜ ਹੈ। ਕੋਈ ਡਾਊਟ ਨਹੀਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਰੂਪ ਦੇ ਵਿੱਚ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹ ਦੇਖਦੇ ਆ, ਉਹਨਾਂ ਨੂੰ ਭਵਿੱਖ ਦੇ ਰੂਪ 'ਚ ਦੇਖਦੇ ਆ। ਇਹਦੇ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ। ਪਰ ਉਹਦੇ ਵਾਸਤੇ ਸਿੱਧੂ ਸਾਹਿਬ ਨੂੰ ਕੁਝ ਚੀਜ਼ਾਂ ਜਿਹੜੀਆਂ, ਇੱਕ ਤਾਂ ਆਪਣੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਮੈਚੋਰ ਕਰਨਾ ਪਊਗਾ। ਇਹ ਚੀਜ਼ਾਂ ਦਾ ਉਹਨਾਂ ਨੂੰ ਖਹਿੜਾ ਛੱਡਣਾ ਪਊਗਾ। ਸੈਕੰਡ, ਉਹਨਾਂ ਨੂੰ ਸਮਾਂ ਰਹਿੰਦਿਆਂ ਸਟੈਂਡ ਲੈਣਾ ਪਊਗਾ। 2 ਸਾਲ ਲੰਘਾਤੇ ਉਹਨਾਂ ਨੇ, 2 ਸਾਲ ਲੰਘਾ ਦਿੱਤੇ ਇਸ ਚੀਜ਼ ਦੇ ਵਿੱਚ ਕਿ ਉਹਨਾਂ ਨੇ ਕਰਨਾ ਕੀ ਹੈ, ਉਹ ਕੀ ਕਰਨਾ ਚਾਹੁੰਦੇ ਆ। ਰੋਡ ਮੈਪ ਤਾਂ ਮੇਰੇ ਕੋਲ ਵੀ ਪਿਆ ਕੁਲਵੰਤ ਸਿੰਘ ਜੀ। ਮੈਨੂੰ ਨਾ ਕਦੀ ਕੋਈ ਮੌਕਾ ਮਿਲਣਾ, ਨਾ ਕੋਈ ਚਾਂਸ ਮਿਲਣਾ, ਨਾ ਉਧਰ ਉਸ ਪਾਸੇ ਵੱਲ ਜਾਣਾ। ਰੋਡ ਮੈਪ ਤਾਂ ਤੁਹਾਡੇ ਕੋਲ ਵੀ ਪਿਆ ਹੋਊਗਾ। ਰੋਡ ਮੈਪ ਸਿੱਧੂ ਸਾਹਿਬ ਵੀ ਰੱਖੀ ਬੈਠੇ ਨੇ। ਸਿੱਧੂ ਸਾਹਿਬ ਕੋਲੇ ਓਪਰਚੁਨਿਟੀ ਇਹ ਆ ਕਿ ਉਹ ਉਸ ਰੋਡ ਮੈਪ ਨੂੰ ਇੰਪਲੀਮੈਂਟ ਕਰਵਾ ਸਕਦੇ ਆ ਜੇ ਉਹ ਚਾਹਣ ਤਾਂ। ਉਹ ਪਰ ਉਹਨਾਂ ਨੂੰ ਉਸ ਸਿਸਟਮ ਦਾ ਪਾਰਟ ਬਣਨਾ ਪਊਗਾ। ਉਸ ਸਿਸਟਮ ਦੇ ਵਿੱਚ ਜਾ ਕੇ ਉਹ ਕਰ ਸਕਦੇ ਆ ਟੀਮ ਵਰਕ, ਜਿਹਦੇ ਵਿੱਚ ਉਹ ਫਿੱਟ ਨਹੀਂ ਬਹਿੰਦੇ। ਸਿੰਪਲ ਜੀ ਗੱਲ ਹੈ ਜੀ, ਉਹ ਕਿਸੇ ਨੂੰ ਨਾਲ ਲੈ ਕੇ ਨਹੀਂ ਜਿਹੜਾ ਜੀ ਉਹ ਤੁਰਦੇ। ਨਹੀਂ ਤਾਂ ਘੱਟੋ ਘੱਟ ਉਹਨਾਂ ਦੇ ਕੁਝ ਸਾਥੀ ਤਾਂ ਨਾਲ ਜਿਹੜਾ ਜੀ ਉਹ ਅੱਜ ਬੈਠਣੇ ਚਾਹੀਦੇ ਸੀਗੇ। ਅੱਜ ਵੀ ਉਹਨਾਂ ਦੇ ਨਾਲ ਬੈਠਣੇ ਜਿਹੜਾ ਉਹ ਚਾਹੀਦੇ ਸੀਗੇ। ਇੱਕ ਸਮਾਂ ਸੀਗਾ ਜਦੋਂ ਸਿੱਧੂ ਸਾਹਿਬ ਦੇ ਨਾਲ ਬਹੁਤ ਸਾਰੇ ਜਿਹੜੇ ਅੱਜ ਮੰਤਰੀ ਨੇ ਉਹ ਫਿਰਦੇ ਹੁੰਦੇ ਸੀ, ਉਹ ਕਿਉਂ ਨਹੀਂ ਨਾਲ ਹੈਗੇ ਜੀ। ਇਹ ਵੀ ਸਿੱਧੂ ਸਾਹਿਬ ਨੂੰ ਜਿਹੜਾ ਉਹ ਸੋਚਣਾ ਪਊਗਾ। ਮੈਂ ਜਿਹੜੀ ਹੈ ਨਾ ਜੀ ਉਹ ਖਤਰਨਾਕ ਹੁੰਦੀ ਹੈ। ਜਿਹੜਾ ਪੰਜਾਬ ਆ ਉਹਨੂੰ ਤੁਸੀਂ ਮੂਹਰੇ ਰੱਖੋ। ਉਹਦੇ ਵਾਸਤੇ, ਪੰਜਾਬ ਦੇ ਵਾਸਤੇ, ਲੈਟਸ ਸੇ ਕੱਲ ਨੂੰ ਮੈਨੂੰ ਕਿਸੇ ਜਗ੍ਹਾ ਦੇ ਉੱਤੇ ਝੁਕਣਾ ਪਏ, ਉਹਦੇ 'ਚ ਇਹ ਹੋਵੇ ਕਿ ਇਹ ਪੰਜਾਬ ਦੀ ਬਿਹਤਰੀ ਦੇ ਵਾਸਤੇ ਆ, ਮੈਂ ਝੁਕਣ ਦੇ ਵਾਸਤੇ ਤਿਆਰ ਹਾਂ ਜੀ। ਉਹਦੇ 'ਚ ਕੋਈ ਕੁਝ ਨਹੀਂ ਹੁੰਦਾ। ਜੇ ਤੁਸੀਂ ਸੋਚਦੇ ਹੋ ਕਿ ਮੈਂ ਪੰਜਾਬ ਲਈ ਬਿਹਤਰ ਕਰ ਸਕਦਾ, ਫਿਰ ਤੁਹਾਨੂੰ ਟੀਮ ਵਰਕ ਦੇ ਨਾਲ ਜਿਹੜਾ ਜੀ ਉਹ ਅੱਗੇ ਜਾਣਾ ਪਊਗਾ। ਉਹ ਤੁਹਾਨੂੰ ਬਹੁਤ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਪਊਗਾ। ਔਰ ਉਹਦੇ ਵਿੱਚ ਤੁਹਾਨੂੰ ਇੱਕ ਮੈਚੋਰਿਟੀ ਜਿਹੜੀ ਹੈ, ਜਿਹਦੇ ਵਿੱਚੋਂ ਇੱਕ ਮੈਚੋਰ ਬੰਦਾ ਦਿਸੇ, ਜਿਹਦੇ 'ਚ ਵਿਸ਼ਵਾਸ ਜਿਹੜਾ ਹੋ ਜੇ ਵੀ ਹਾਂ ਆਹ ਜਿਹੜਾ ਬੰਦਾ ਨਾ ਇਹ ਗੱਲ ਬੜੀ ਵਧੀਆ ਕਰ ਰਿਹਾ। ਕਾਇਦੇ ਆਜ਼ਮ ਜਿਹੜੇ ਪਾਕਿਸਤਾਨ ਦੇ ਬਾਨੀ ਨੇ, ਉਹਨਾਂ ਦੀ ਇੱਕ ਗੱਲ ਨਾ ਮੈਂ ਇੱਕ ਵਾਰੀ ਸੁਣੀ ਸੀ। ਜਿਨ੍ਹਾਂ ਸਾਹਿਬ ਉਹ ਕਿਤੇ ਜਲੰਧਰ ਆਏ, ਉਹ ਉਰਦੂ ਜਾਂ ਹੋਰ ਕੋਈ ਭਾਸ਼ਾ ਨਹੀਂ ਸਨ ਬੋਲਦੇ, ਇੰਗਲਿਸ਼ ਦੇ ਵਿੱਚ ਹੀ ਗੱਲ ਕਰਦੇ ਸੀ। ਜਿੱਥੇ ਅੱਜ BSF ਚੌਂਕ ਜਿਹੜਾ ਹੈਗਾ, ਉਹ ਜਿੱਥੇ ਉਹ ਬਣਿਆ ਹੋਇਆ PAP ਵਾਲਾ, ਉੱਥੇ ਕਹਿੰਦੇ ਫੰਕਸ਼ਨ ਹੋਇਆ ਤੇ ਉੱਥੇ ਕੋਈ ਉਹ ਭਾਸ਼ਣ ਕਰ ਰਹੇ ਸੀ ਤੇ ਜਿਹੜੇ ਕੁਝ ਮੁੰਡੇ ਖੜੇ ਉਹਨਾਂ ਨੂੰ ਪੁੱਛਦਾ ਕੋਈ, ਉਹ ਉਸ ਟਾਈਮ ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਟੈਲੀਗ੍ਰਾਫ ਸੀਗਾ, ਉਹਦੀ ਹੈਡਲਾਈਨ ਸੀ ਅਗਲੇ ਦਿਨ ਦੀ। ਮੈਂ ਹੋ ਸਕਦਾ ਮੈਂ ਗਲਤ ਨਾ ਹੋਵਾਂ, ਉਹ ਪੇਪਰ ਦਾ ਨਾਂ ਨਾ ਸਹੀ ਹੋਵੇ, ਉਹ ਹੈਡਲਾਈਨ ਉਹਨੇ ਲਾਈ ਸੀ। ਉਹਨੇ ਪੁੱਛਿਆ ਮੁੰਡਿਆਂ ਨੂੰ, ਤੁਹਾਨੂੰ ਪਤਾ ਲੱਗ ਰਿਹਾ ਵੀ ਇਹ ਕੀ ਬੋਲ ਰਿਹਾ? ਉਹ ਕਹਿੰਦਾ ਨਹੀਂ, ਪਰ ਸਾਨੂੰ ਇਹ ਲੱਗਦਾ ਇਹਦੀ ਬਾਡੀ ਲੈਂਗੁਏਜ ਦੇਖ ਕੇ ਵੀ ਜੋ ਕਹਿ ਰਿਹਾ ਸਹੀ ਕਹਿ ਰਿਹਾ। ਲੀਡਰ ਦੀ ਮੈਚੋਰਿਟੀ ਜਿਹੜੀ ਆ ਉਹ ਇਸ ਟਾਈਪ ਦੀ ਹੋਣੀ ਚਾਹੀਦੀ ਆ। ਬੋਲਣ ਵਾਲੇ ਦੀ ਮੈਚੋਰਿਟੀ ਇਸ ਟਾਈਪ ਦੀ ਹੋਣੀ ਚਾਹੀਦੀ ਆ। ਲੋਕਾਂ ਨੂੰ ਵੀ ਲੱਗੇ ਵੀ ਹਾਂ ਇਹ ਸਿਰਫ ਐਵੇਂ ਗੋਲ ਮੋਲ ਕਰਕੇ ਨਹੀਂ ਛੱਡ ਰਿਹਾ,
ਇਸ ਬੰਦੇ ਦੀ ਗੱਲ ਦੇ ਵਿੱਚ ਕੋਈ ਦਮ ਹੈ, ਸਿੱਧੂ ਸਾਹਿਬ ਨੂੰ ਇਹ ਜਿਹੜਾ ਜੀ ਉਹ ਲੈ ਕੇ ਆਉਣਾ ਪਊਗਾ। ਉਹ ਪ੍ਰੈਸ ਕਾਨਫਰੰਸ ਕਰਨ, ਈਵਨ ਰੋਜ਼ ਕਰਨ, 2-2 ਸਾਲ ਬਾਅਦ ਕਿਉਂ, ਰੋਜ਼ ਪ੍ਰੈਸ ਕਾਨਫਰੰਸ ਕਰਨ, ਔਰ ਇਹਦੇ ਵਿੱਚ ਉਹ ਪੱਤਰਕਾਰਾਂ ਨੂੰ ਬੋਲਣ ਦਾ ਮੌਕਾ ਜਿਹੜਾ ਜੀ ਉਹ ਦੇਣ, ਉਹਨਾਂ ਦੇ ਸਵਾਲਾਂ ਦਾ ਮੌਕਾ ਤਾਂ ਦੇਣ ਨਾ। ਪੱਤਰਕਾਰ ਸਵੇਰ ਦੇ ਕੱਲ ਦੇ ਜਿਹੜਾ ਜੀ ਉਹ ਕਮਰ ਕੱਸੀ ਫਿਰਦੇ, ਸਿੱਧੂ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਨੀ ਹੈ, ਉਹ ਬੋਲਣ ਹੀ ਨਹੀਂ ਦੇ ਰਹੇ ਪੱਤਰਕਾਰ। ਤੂੰ ਮੇਰੀ ਗੱਲ ਸੁਣ, ਤੂੰ ਚੁੱਪ ਕਰ, ਤੈਨੂੰ ਮੇਰੀ ਸੁਣ, ਤੂੰ ਮੇਰੀ ਸੁਣ, ਇੱਦਾਂ ਨਹੀਂ ਜੀ ਹੁੰਦਾ ਜਿਹੜਾ ਉਹਨਾਂ ਨੇ ਵੀ ਤਾਂ ਜਿਹੜੇ ਉਹ ਸਵਾਲ ਲੋਕਾਂ ਦੇ ਨੇ ਨਾ ਜਿਹੜੇ ਕਰਦੇ ਨੇ, ਜੇ ਤੁਸੀਂ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦੇ ਰਹੇ ਤੇ ਫਿਰ ਮੈਨੂੰ ਇਹ ਲੱਗਿਆ ਜੀ ਜਿਹੜੀ ਉਹਨਾਂ ਦੀ ਸਾਰੀ ਗੱਲਬਾਤ ਤੋਂ ਵੀ ਮੈਚੋਰਿਟੀ ਜਿਹੜੀ ਆ ਜੀ ਉਹ ਜ਼ਿਆਦਾ ਉਹ ਫਰਸਟ੍ਰੇਟਡ ਨੇ, ਉਹਨਾਂ ਨੂੰ ਫਰਸਟ੍ਰੇਸ਼ਨ ਕੱਢਣ ਦਾ ਮੌਕਾ ਨਹੀਂ ਮਿਲ ਰਿਹਾ। ਮੈਂ ਤਾਂ ਕਹਿ ਰਿਹਾ ਵੀ ਉਹ ਇੱਕ ਵਾਰੀ ਵੀਡੀਓ ਪਾਉਣ ਲੱਗੇ ਸੀ, ਮੈਨੂੰ ਇਹ ਲੱਗਿਆ ਸੀ ਵੀ ਠੀਕ ਹੋ ਜਾਊਗਾ, ਹੁਣ ਵੀਡੀਓ ਹੌਲੀ ਹੌਲੀ ਨਿਕਲਣ ਲੱਗ ਜਾਣਗੀਆਂ ਉਹਨਾਂ ਦੀਆਂ, ਉਹ ਫਿਰ ਵੀਡੀਓ ਪਾਉਣੀ ਵੀ ਜਿਹੜੀ ਉਹ ਛੱਡ ਗਏ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਗੱਲਾਂ ਬਾਹਰ ਕੱਢਣ ਤੇ ਫਿਰ ਜਿਹੜਾ ਉਹ ਠੀਕ ਰਹੂਗਾ। ਹੁਣ 2 ਸਾਲ ਦਾ ਹੋ ਸਕਦਾ ਜੀ ਗੁੱਬ ਘਲਾਟ ਹੋਵੇ, ਤਾਂ ਕਰਕੇ ਉਹ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਜਿਹੜਾ ਉਹ ਦੇ ਰਹੇ। ਪਰ ਹਰ ਕਿਸੇ ਨੂੰ ਤੂੰ ਤੜਾਕ ਤੇ ਕਰਕੇ ਗੱਲ ਕਰਨੀ, ਤੇ ਜੇ ਕੱਲ ਨੂੰ ਜਿਹੜਾ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੀ ਕੋਈ ਤੂੰ ਤੜਾਕ ਤੇ ਉਤਰਦਾ ਫਿਰ ਥੋੜਾ ਨਾਰਾਜ਼ਗੀ ਪੈਦਾ ਹੋ ਜਾਏਗੀ। ਪਰ ਹੁਣ ਆਪਾਂ ਇਹ ਗੱਲ ਇੱਧਰ ਆਈਏ ਕਿ ਇਸ ਪੂਰੀ ਜਿਹੜੀ ਪੱਤਰਕਾਰ ਸੰਮੇਲਨ ਦੇ ਵਿੱਚੋਂ ਨਿਕਲ ਕੇ ਕੀ ਆਇਆ ਸਾਹਮਣੇ? ਨਹੀਂ, ਕੁਝ ਵੀ ਨਹੀਂ ਨਿਕਲਿਆ ਇਹਦੇ ਵਿੱਚ, ਤਾਂ ਕੁਝ ਨਹੀਂ ਗਾ ਨਿਕਲਿਆ। ਕੋਈ ਗੱਲ ਨਹੀਂ ਹੈ ਜਿਹੜੀ ਕੋਟ ਕੀਤੀ ਜਾ ਸਕੇ। ਮੈਂ ਤੁਹਾਨੂੰ ਦੱਸਿਆ ਵੀ ਜਿਹੜੀਆਂ ਗੱਲਾਂ ਸਿੱਧੂ ਸਾਹਿਬ ਨੇ ਕੀਤੀਆਂ ਉਹਦਾ ਆਮ ਬੰਦੇ ਨੂੰ ਜਿਹੜਾ ਜੀ ਉਹ ਪਤਾ। ਹਾਲਾਂਕਿ ਇਹ ਕਿਹਾ ਜਾਂਦਾ ਕਿ ਅਫਸਰ ਚਾਹੀ ਤਾਂ ਸੁੰਘਦੀ ਫਿਰਦੀ ਸੀ ਕੱਲ੍ਹ ਦੀ, ਜੇ ਉਹਨਾਂ ਨੇ ਕੀ ਕਹਿਣਾ ਉਹ ਕੀ ਕਹਿਣਗੇ। ਉਹਨਾਂ ਦੀ ਪ੍ਰੈਸ ਕਾਨਫਰੰਸ ਦਾ ਮਤਲਬ ਕੀ ਆ, ਪਟਿਆਲੇ ਕਿਉਂ ਪ੍ਰੈਸ ਕਾਨਫਰੰਸ ਰੱਖੀ ਹੈ, ਕੀ ਰੀਜ਼ਨ ਆ, ਕੌਣ ਪੱਤਰਕਾਰ ਆ ਰਿਹਾ, ਉਹਨਾਂ ਨੂੰ ਕਿਸੇ ਨੂੰ ਸਵਾਲ ਦੱਸਿਆ, ਕਿਸੇ ਸਵਾਲ ਪੁੱਛਿਆ। ਐਕਸਾਈਟਮੈਂਟ ਤਾਂ ਹੈਗੀ ਸੀਗੀ ਜੀ, ਪਰ ਇਹ ਸੀਗਾ ਵੀ ਉਸ ਐਕਸਾਈਟਮੈਂਟ ਦੇ ਵਿੱਚੋਂ ਬਹੁਤਾ ਕੁਝ ਨਿਕਲਿਆ ਹੀ ਕੁਝ ਨਹੀਂ। ਪਰ ਇੱਥੇ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਨਾ ਇੱਥੇ ਪੱਤਰਕਾਰ ਸੰਮੇਲਨ 'ਚ ਕੁਝ ਨਿਕਲਿਆ ਤੇ ਨਾ ਹੀ ਜਿਹੜਾ ਉਹ ਸਿੱਧੂ ਸਾਹਿਬ ਕੁਝ ਬੋਲੇ, ਪਰ ਉਹਨਾਂ ਨੇ ਪੱਤਰਕਾਰ ਸੰਮੇਲਨ ਰੱਖਿਆ, ਪਟਿਆਲੇ 'ਚ ਰੱਖਿਆ, ਤੇ ਇਹਦੇ ਪਿੱਛੇ ਕੋਈ ਮਕਸਦ ਨਜ਼ਰ ਆ ਰਿਹਾ ਕਿ ਇਹ ਮਤਲਬ ਇਹ ਬੇਸਮਝੀ 'ਚ ਹੀ ਰੱਖਤਾ ਇਹ ਚੀਜ਼ ਸਾਰੀ? ਨਹੀਂ, ਮੇਰਾ ਖਿਆਲ ਬੇਸਮਝੀ ਤਾਂ ਨਹੀਂ ਹੋ ਸਕਦਾ। ਨਹੀਂ, ਬੇਸਮਝੀ 'ਚ ਨਹੀਂ ਗਾ, ਇਹ ਕੈਲਕੂਲੇਟਡ ਹੋ ਸਕਦਾ ਜੀ, ਕਿਉਂਕਿ ਉਹਨਾਂ ਨੇ ਪਟਿਆਲੇ ਦੇ ਵਿੱਚ ਆ ਕੇ ਇੱਕ ਕਿਸਮ ਦੇ ਨਾਲ ਸੱਦਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸ਼ਹਿਰ ਮੇਰਾ ਵੀ ਇਹੀ ਆ। ਜੇ ਕੱਲ ਨੂੰ ਮੰਨ ਲਓ ਜੇ ਕੱਲ ਨੂੰ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਇਹ ਲੱਗਦਾ ਕਿ ਜੇ ਤੁਸੀਂ ਇੱਥੋਂ ਲੜੋਗੇ ਵੀ ਜੇ ਕੈਪਟਨ ਸਾਹਿਬ ਨੇ ਇੱਥੇ ਪਟਿਆਲਾ ਸੰਭਾਲਣਾ ਜਾਂ ਪ੍ਰਨੀਤ ਕੌਰ ਹੋਰਾਂ ਨੇ 2024 ਦੀ ਆ ਉਹ ਚੋਣ ਲੜਨੀ ਹੈ, ਤੇ ਕਿਉਂਕਿ ਮੈਂ ਜਿਵੇਂ ਕਿਹਾ ਸੀ ਨਵਜੋਤ ਕੌਰ ਸਿੱਧੂ ਹੋਰੀ ਵੀ ਕੋਸ਼ਿਸ਼ ਕਰ ਰਹੇ ਨੇ ਕਿ 24 ਦੇ ਵਿੱਚ ਉਹਨਾਂ ਨੇ ਵੀ ਪਾਰਲੀਮੈਂਟ ਦੀ ਉਹ ਕਹਿ ਰਹੇ ਆ ਉਹਨਾਂ ਦੇ ਨੇੜੇ ਤੇੜੇ ਸੂਤਰ ਕਿ ਉਹਨਾਂ ਨੇ ਉਹ ਚੋਣ ਜਿਹੜੀ ਆ ਉਹ ਲੜਨੀ ਹੈ ਜੀ। ਸੋ ਇਸ ਕਰਕੇ ਉਹ ਦੱਸਣ ਆਏ ਆ ਵੀ ਜੇ ਤੁਸੀਂ ਉੱਧਰੋਂ ਕਹਿੰਦੇ ਹੋ ਤਾਂ ਫਿਰ ਮੈਂ ਇੱਥੋਂ ਵੀ ਜਿਹੜਾ ਜੀ ਉਹ ਆ ਸਕਦਾ। ਸੋ ਇੱਧਰ ਤਾਂ ਇਹ ਤਾਂ ਗੱਲ ਹੋ ਗਈ ਕਿ ਨਵਜੋਤ ਸਿੰਘ ਸਿੱਧੂ ਹੋਣਾ ਨੇ ਪੱਤਰਕਾਰ ਸੰਮੇਲਨ ਕੀਤਾ, ਕੀ ਨਿਕਲਿਆ ਨਹੀਂ ਨਿਕਲਿਆ, ਤੇ ਉਹਦੇ ਪਿੱਛੇ ਦਾ ਮਕਸਦ ਕੀ ਸੀਗਾ। ਹੁਣ ਆਈਏ ਗੱਲ ਕੈਪਟਨ ਅਮਰਿੰਦਰ ਸਿੰਘ ਵਾਲੇ ਪਾਸੇ। ਕੈਪਟਨ ਅਮਰਿੰਦਰ ਸਿੰਘ ਹੁਣੀ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਇਹ ਕਹਿ ਕੇ ਪ੍ਰਧਾਨਗੀ ਨਹੀਂ ਦੇਣਾ ਚਾਹੁੰਦੇ ਕਿ ਉਹਨਾਂ ਤੋਂ ਬੜੇ ਸੀਨੀਅਰ ਬੈਠੇ ਨੇ। ਪਿੱਛੇ ਜੇ ਇੱਕ ਬਿਆਨ ਵੀ ਆਇਆ ਸੀ ਉਹਨਾਂ ਦਾ ਵੀ ਉਹਨਾਂ ਨੂੰ ਕਿਵੇਂ ਦੇ ਦਈਏ ਵੱਡਾ ਉਹਦਾ ਡਿਪਟੀ ਸੀਐਮ ਜਾਂ ਪ੍ਰਧਾਨਗੀ, ਵੀ ਉਹਨਾਂ ਤੋਂ ਬੜੇ ਸੀਨੀਅਰ ਬੈਠੇ ਨੇ। ਕੀ ਲੱਗਦਾ ਕਿ ਉਹ ਵਾਕਈ ਹੀ ਇਹ ਗੱਲ ਉਹਨਾਂ ਦੀ ਜਾਇਜ਼ ਆ ਕਿ ਇਹਦੇ ਪਿੱਛੇ ਵੀ ਆਪਾਂ ਹੁਣ ਜੇਕਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵੀ ਪਿਛੋਕੜ 'ਤੇ ਜਾਈਏ ਤੇ 97-98 ਜਦੋਂ ਉਹਨਾਂ ਨੇ ਜੁਆਇਨ ਕੀਤਾ ਸੀਗਾ ਉਹ ਵੀ ਤਾਂ ਜੂਨੀਅਰ ਸੀ, ਉਹ ਵੀ ਬੜਾ ਕੁਝ ਲੈ ਗਏ। ਨਹੀਂ, ਉਹ ਇਹ ਕਹਿੰਦੇ ਆ ਕਿ ਜਿਹਦਾ ਉਹਨਾਂ ਨੇ ਈਵਨ ਕੋਟ ਵੀ ਕੀਤਾ ਕੈਪਟਨ ਸਾਹਿਬ ਨੇ ਕਿ ਪ੍ਰਤਾਪ ਸਿੰਘ ਬਾਜਵਾ ਬੈਠੇ ਨੇ, ਉਹ ਟਕਸਾਲੀ ਕਾਂਗਰਸੀ ਨੇ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ ਉਹ ਗੱਲ ਕਰਦੇ ਨੇ ਕਿ ਉਹਨਾਂ ਦੇ ਪਿਤਾ ਦਾ ਤਾਂ ਕਤਲ ਵੀ ਜਿਹੜਾ ਉਹ ਹੋਇਆ ਹੈ, ਉਹਦੀ ਉਹ ਗੱਲ ਕਰਦੇ ਕਿ ਫਿਰ ਟਕਸਾਲੀ ਜਿਹੜੇ ਕਾਂਗਰਸੀ ਨੇ ਉਹ ਇਹ ਕਹਿਣਗੇ ਇਹ ਤਾਂ ਕੱਲ੍ਹ ਆਏ ਨੇ, ਇਹਨਾਂ ਨੂੰ ਤੁਸੀਂ ਕਾਂਗਰਸ ਦੇ ਕਿਵੇਂ ਪ੍ਰਧਾਨ ਬਣਾ ਦਿੱਤਾ। ਜਦੋਂ ਕਿ ਜੇ ਆਪਾਂ ਇਸ ਕੈਲਕੂਲੇਸ਼ਨ ਦੇ ਵਿੱਚ ਪੈਂਦੇ ਹਾਂ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਹੋ, ਕੈਪਟਨ ਸਾਹਿਬ ਅਕਾਲੀ ਦਲ ਦੇ ਵਿੱਚੋਂ ਬਿਲਕੁਲ 97-98 ਆਏ ਹੋਏ ਨੇ। ਹਾਂ, ਕਿਉਂਕਿ ਇਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਟਿਕਟ ਨਹੀਂ ਸੀ ਦਿੱਤੀ, ਠੀਕ ਹੈ, ਜਿਹੜੀਆਂ 97 ਵਾਲੀਆਂ ਇਲੈਕਸ਼ਨ ਸੀ। ਇਹ ਕਿਹਾ ਜਾਂਦਾ ਆ ਕਿ ਇਹ ਉੱਥੇ ਬਾਦਲ ਪਿੰਡ ਵੀ ਪਹੁੰਚ ਗਏ ਸੀਗੇ ਔਰ ਇਹ ਰਾਮਪੁਰਾ ਤੋਂ ਵੀ ਟਿਕਟ ਮੰਗ ਰਹੇ ਸੀ, ਰਾਮਪੁਰਾ ਫੂਲ ਤੋਂ, ਕਿਉਂਕਿ ਇਹਨਾਂ ਦਾ ਪਿੰਡ ਮਹਿਰਾਜ ਉੱਥੇ ਪਿੰਡ ਆ ਜਿਹੜਾ ਇਹਨਾਂ ਦਾ ਪੁਰਖਿਆਂ ਦਾ ਪਿੰਡ। ਬਾਦਲ ਸਾਹਿਬ ਨੇ ਉੱਥੋਂ ਵੀ ਟਿਕਟ ਇਹਨਾਂ ਨੂੰ ਨਹੀਂ ਦਿੱਤੀ। ਇਹ ਮੁੜ ਕੇ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ, ਫਿਰ ਚੋਣ ਹਾਰ ਗਏ। ਉਸ ਤੋਂ ਬਾਅਦ ਇਹ ਪ੍ਰਧਾਨ ਬਣ ਗਏ, ਯਾਨੀ ਫਿਰ ਮਤਲਬ ਕਿ ਇਹ ਕਾਂਗਰਸ ਦੇ ਵਿੱਚ ਆਏ ਨੇ। ਤੇ ਜੇ ਆਪਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰੀਏ, ਠੀਕ ਹੈ ਕਿ ਉਹਨਾਂ ਦੀ ਜਿਹੜੀ ਸਿਆਸੀ ਪਾਰੀ ਆ
ਭਾਰਤੀ ਜਨਤਾ ਪਾਰਟੀ ਤੋਂ ਸ਼ੁਰੂ ਹੋਈ, ਪਰ ਉਹ ਹੈ ਤਾਂ ਕਾਂਗਰਸੀ ਪਰਿਵਾਰ, ਠੀਕ ਹੈ ਨਾ। ਉਹਨਾਂ ਦੇ ਪਿਤਾ ਜਿਹੜੇ ਭਗਵੰਤ ਸਿੰਘ ਸਿੱਧੂ ਹੁਰੀ, ਉਹ ਇੱਥੇ ਪਟਿਆਲੇ ਦੇ ਕਾਂਗਰਸ ਦੇ ਪ੍ਰਧਾਨ ਰਹੇ ਆ। ਕੈਪਟਨ ਸਾਹਿਬ ਕੁਝ ਦਿਨ ਪਹਿਲਾਂ ਇਹ ਕੋਟ ਕਰ ਰਹੇ ਸੀਗੇ ਕਿ ਮੈਂ ਤਾਂ ਉਹਨਾਂ ਦੀ ਪ੍ਰਧਾਨਗੀ ਦੇ ਅਧੀਨ ਕੰਮ ਕਰਦਾ ਰਿਹਾ ਪਟਿਆਲੇ 'ਚ, ਠੀਕ ਹੈ ਨਾ। ਉਹ ਕਾਂਗਰਸੀ ਪਰਿਵਾਰ ਤਾਂ ਉਹ ਹੈਗਾ, ਠੀਕ ਹੈ ਨਾ। ਇਹ ਦੂਸਰੀ ਗੱਲ ਹੈ ਕਿ ਇਹ ਕੰਡੀਸ਼ਨ ਸਾਰੇ ਜਗ੍ਹਾ ਦੇ ਉੱਤੇ ਨਹੀਂ ਹੁੰਦੀ। ਹੁਣ ਜਿਹੜੀਆਂ ਪੱਛਮੀ ਬੰਗਾਲ 'ਚ ਚੋਣਾਂ ਹੋ ਰਹੀਆਂ ਨੇ, 40% ਜਿਹੜੀਆਂ ਟਿਕਟਾਂ ਨੇ ਭਾਰਤੀ ਜਨਤਾ ਪਾਰਟੀ ਨੇ ਤ੍ਰਿਣਮੂਲ ਕਾਂਗਰਸ ਤੋਂ ਆਏ ਲੋਕਾਂ ਨੂੰ ਦਿੱਤੀਆਂ, ਹਾਲਾਂਕਿ ਉੱਥੇ ਉਹਨਾਂ ਦੀ ਸਮੱਸਿਆ ਵੀ ਉਹਦੇ ਵਾਸਤੇ ਖੜੀ ਹੋ ਰਹੀ ਹੈ। ਇਹ ਕੋਈ ਮੇਰਾ ਖਿਆਲ ਕੰਡੀਸ਼ਨ ਨਹੀਂ ਜਿਹੜਾ ਦੀ ਉਹ ਰਹੀ ਕਿ ਕੌਣ ਜਿਹੜਾ ਕਿੰਨਾ ਹੈ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਾਂਗਰਸ ਨੂੰ ਖੜੀ ਕਰਨ ਦੇ ਵਿੱਚ ਕਿੰਨਾ ਕੰਮ ਕੀਤਾ, ਹਾਂਜੀ, ਬਹੁਤ ਵੱਡਾ ਰੋਲ ਸੀ ਉਹਨਾਂ ਦਾ। ਔਰ ਜਦੋਂ ਇਲੈਕਸ਼ਨ ਆਉਣ ਵਾਲੀਆਂ ਸੀ, ਪ੍ਰਤਾਪ ਸਿੰਘ ਬਾਜਵਾ ਹੋਰੀ ਚੁੱਕ ਕੇ ਸਾਈਡ ਦੇ ਉੱਤੇ ਜਿਹੜਾ ਉਹ ਕਰ ਦਿੱਤੇ। ਹਾਂ, ਜੇ ਤੁਸੀਂ ਅੱਜ ਕਹਿੰਦੇ ਹੋ ਕਿ ਉਹ ਟਕਸਾਲੀ ਕਾਂਗਰਸੀ ਸੀ, ਤੇ ਫਿਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਹੱਕ ਤੁਸੀਂ ਕਿਉਂ ਖੋਇਆ ਜੀ? ਫਿਰ ਉਹ ਵੀ ਗਲਤ ਸੀਗਾ ਨਾ, ਉਹਨਾਂ ਨੂੰ ਪਾਸੇ ਨਹੀਂ ਸੀ ਕੀਤਾ, ਲਾਂਭੇ ਨਹੀਂ ਸੀ ਕੀਤਾ ਜਾਣਾ ਚਾਹੀਦਾ। ਮੈਂ ਸੁਣ ਰਿਹਾ ਸੀ ਬਾਜਵਾ ਸਾਹਿਬ ਇਹ ਕਹਿ ਰਹੇ ਸੀ ਹੁਣ ਮੈਂ 63 ਸਾਲ ਦਾ ਹੋ ਗਿਆ, ਤੇ ਹੁਣ ਕਿਉਂਕਿ ਰਾਜ ਸਭਾ ਉਹਨਾਂ ਦੀ ਮੁੱਕ ਰਹੀ ਹੈ, ਤੇ ਗਾਂ ਉਹਨਾਂ ਨੂੰ ਰਾਜ ਸਭਾ ਦੇ ਚਾਂਸ ਨਹੀਂ ਹੈਗੇ। ਤੇ ਇੱਥੇ ਵੀ ਉਹਨਾਂ ਦਾ ਕੋਈ ਇੱਕ ਕਿਸਮ ਦੇ ਨਾਲ ਉਹਨਾਂ ਦਾ ਵੀ ਤਾਂ ਸਿਆਸੀ ਪਾਰੀ ਜਿਹੜੀ ਉਹ ਖਾਤਮੇ ਵੱਲ ਨੂੰ ਜਿਹੜੀ ਉਹ ਚੱਲ ਰਹੀ ਹੈ ਨਾ। ਕਪਤਾਨ ਸਾਹਿਬ ਨੇ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ। ਦੁੱਲੋ ਸਾਹਿਬ ਵੀ ਇਹੋ ਜਿਹੇ ਨੇਤਾ ਨੇ, ਦੁੱਲੋ ਸਾਹਿਬ, ਹੰਸਰਾਜ, ਇਧਰੋਂ ਬੀਬੀ ਭੱਠਲ, ਕਈ ਬਹੁਤ ਸਾਰੇ ਹੈਗੇ ਨੇ। ਇਹ ਮੇਰਾ ਖਿਆਲ ਇਹ ਨਹੀਂ ਕਿਤੇ ਵੀ ਲੱਗਦੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਸ ਕਰਕੇ ਨਹੀਂ ਜਿਹੜੀ ਉਹ ਦਿੱਤੀ ਜਾ ਸਕਦੀ। ਸ਼ਾਇਦ ਕਿਤੇ ਨਾ ਕਿਤੇ ਜੇ ਹਾਈ ਕਮਾਂਡ ਵੀ ਇਹਦੇ ਉੱਤੇ ਸਹੀ ਨਹੀਂ ਪਾ ਰਹੀ ਜਾਂ ਕਾਂਗਰਸੀ ਡਰ ਰਹੇ, ਉਹ ਸਿੱਧੂ ਸਾਹਿਬ ਦਾ ਸੁਭਾਅ ਕਰਕੇ ਜਿਹੜਾ ਜੀ ਹੋ ਸਕਦਾ ਵੀ ਉਹ ਕਿਸੇ ਨੂੰ ਨਾਲ ਲੈ ਕੇ ਨਹੀਂ ਚੱਲਣ ਦੇ ਵਾਸਤੇ ਜਿਹੜਾ ਜੀ ਉਹ ਰਾਜੀ ਹੁੰਦੇ। ਸ਼ਾਇਦ ਇਹ ਇੱਕ ਅੜਚਣ ਪੈ ਰਹੀ ਆ ਉਹਦੇ ਵਿੱਚ, ਜੋ ਮੈਨੂੰ ਲੱਗਦਾ ਜੀ। ਮੈਂ ਹੋ ਸਕਦਾ ਗਲਤ ਹਾਂ। ਅੱਛਾ, ਇੱਕ ਗੱਲ ਹੋਰ, ਹੁਣ ਜਿਹੜੀ ਸਵਾਲ ਮੈਨੂੰ ਲੱਗਦਾ ਸਾਰੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਵੀ ਹੋਣਾ ਕਿ ਨਵਜੋਤ ਸਿੰਘ ਸਿੱਧੂ ਖੁੱਲ੍ਹ ਕੇ ਬੋਲ ਨਹੀਂ ਰਹੇ, ਭਾਰਤੀ ਜਨਤਾ ਪਾਰਟੀ ਛੱਡ ਕੇ ਕਾਂਗਰਸ 'ਚ ਆ ਗਏ, ਨਾ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਬਣੀ, ਨਾ ਉਹਨਾਂ ਦੀ ਬਣੀ ਇਹਨਾਂ ਅਕਾਲੀਆਂ ਨਾਲ ਬਣੀ, ਨਾ ਹੁਣ ਕਾਂਗਰਸੀਆਂ ਨਾਲ ਬਣ ਰਹੀ ਆ। ਫਿਰ ਅੱਗੇ ਭੁੱਖ ਕੀ ਹੈ? ਕਿ ਆਪਣੀ ਪਾਰਟੀ ਬਣਾਉਣਗੇ ਜਾਂ ਫਿਰ ਇੱਥੇ ਹੀ ਜਿਹੜਾ ਰੇੜਕਾ ਵਾਲਾ ਦਾ ਚੱਲੀ ਜਾਊਗਾ? ਕੁਲਵੰਤ ਸਿੰਘ ਦੀ ਪਾਰਟੀ ਜਿਹੜੀ ਬਣਾਉਣੀ, ਦੇਖੋ ਇਹ ਤਾਂ ਹੁਣ ਉਹਨਾਂ ਦਾ ਆਪਣਾ ਡਿਸੀਜ਼ਨ ਆ ਕਿ ਉਹਨਾਂ ਨੇ ਕੀ ਕਰਨਾ। ਪਾਰਟੀ ਦਾ ਢਾਂਚਾ ਖੜਾ ਕਰਨ ਦੇ ਵਾਸਤੇ ਕੁਝ ਸਮਾਂ ਚਾਹੀਦਾ ਹੁੰਦਾ, ਹੇਠਲੇ ਪੱਧਰ ਤੇ ਕੰਮ ਕਰਨਾ। ਹਾਂ, ਈਵਨ ਜਿਹੜਾ ਅਕਾਲੀ ਦਲ ਡੱਡਾ ਢੀਂਡਸੇ ਵਾਲਾ ਜਿਹੜਾ ਜੀ, ਉਹ ਉਹਨਾਂ ਨੂੰ ਵੀ ਹੁਣ ਤਾਂ ਹੋ ਗਿਆ ਨਾ ਜੀ ਕਾਫੀ। ਅਜੇ ਢਾਂਚਾ ਤਾਂ ਉਹਨਾਂ ਦੇ ਨੇੜੇ ਤੇੜੇ ਕਿਤੇ ਹੈ ਹੀ ਨਹੀਂ, ਦਿਸਦਾ ਨਹੀਂ। ਅਕਾਲੀ ਦਲ ਟਕਸਾਲੀ ਉਹ ਰਹਿ ਗਿਆ। ਈਵਨ ਬਹੁਜਨ ਸਮਾਜ ਪਾਰਟੀ ਦਾ ਢਾਂਚਾ ਡੁੱਲ ਗਿਆ। ਅੱਜ ਤੱਕ ਆਮ ਆਦਮੀ ਪਾਰਟੀ 13-14 ਤੋਂ ਆਈ ਹੋਈ ਹੈ, ਢਾਂਚਾ ਤਾਂ ਉਹਨਾਂ ਤੋਂ ਖੜਾ ਨਹੀਂ ਹੋ ਸਕਿਆ ਅਜੇ ਤੱਕ ਜਿਹੜਾ ਜੀ। ਤਾਂ ਇਹ ਢਾਂਚਾ ਖੜਾ ਕਰਨਾ ਬੜਾ ਔਖਾ ਹੁੰਦਾ, ਜਿਹੜਾ ਕੇਡਰ ਆ ਜਿਹੜਾ ਪੈਦਾ ਕਰਨਾ। ਹਾਂਜੀ ਹਾਂ, ਮੈਂ ਇੱਕ ਦਿਨ ਗੱਲ ਕਰ ਰਿਹਾ ਸੀ ਕਿਸੇ ਨਾਲ, ਉਹਨਾਂ ਨੇ ਮੈਨੂੰ ਬੜੀ ਸ਼ਾਨਦਾਰ ਇੱਕ ਗੱਲ ਜਿਹੜੀ ਦੀ ਉਹ ਕਹੀ। ਉਹ ਕਹਿੰਦੇ ਕਿ ਵੋਲੰਟੀਅਰ ਅਤੇ ਵਰਕਰ ਇਹਦੇ ਵਿੱਚ ਬਹੁਤ ਫਰਕ ਹੁੰਦਾ ਹੈ। ਉਹ ਕਹਿੰਦੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਕੋਲੇ ਵੋਲੰਟੀਅਰ ਨੇ, ਵੋਲੰਟੀਅਰ ਇਹ ਹੁੰਦਾ ਵੀ ਠੀਕ ਆ ਟਾਈਮ ਸੀ ਮੈਂ ਚਲੇ ਗਿਆ। ਵਰਕਰ ਜਿਹੜਾ ਉਹ ਇਹ ਨਹੀਂ ਦੇਖਦਾ ਕਿ ਮੈਨੂੰ ਕਿਉਂ ਸੱਦਿਆ, ਉਹ ਜਦੋਂ ਉਹਨੂੰ ਸੁਨੇਹਾ ਆ ਗਿਆ ਫਿਰ ਉੱਥੇ ਡਟ ਜਾਂਦਾ, ਅੱਖਾਂ ਜਿਹੜੀਆਂ ਮੀਚ ਕੇ। ਉਹ ਵਰਕਰ ਪੈਦਾ ਕਰਨੇ ਉਹ ਇੱਦਾਂ ਓਵਰਨਾਈਟ ਨਹੀਂ ਜਿਹੜਾ ਜੀ ਉਹ ਹੋ ਜਾਂਦੇ। ਉਹਦੇ ਵਾਸਤੇ ਤੁਹਾਨੂੰ ਕੁਝ ਦਿਖਾਉਣਾ ਪੈਂਦਾ, ਕੁਝ ਕਰਨਾ ਪੈਂਦਾ। ਸਿੱਧੂ ਸਾਹਿਬ ਨੇ ਜਿਹੜੇ 2 ਸਾਲ ਆਪਣੇ ਖਰਾਬ ਕਰ ਲਏ ਨਾ, ਕੁਲਵੰਤ ਸਿੰਘ ਜੀ ਔਰ ਕੱਖ ਨਾ ਕਰਦੇ, ਇਹ ਇੱਕ ਡਿਸਟ੍ਰਿਕਟ ਦੇ ਵਿੱਚ 2-2 3-3 ਸਮਾਗਮ ਕਰੀ ਜਾਂਦੇ, ਠੀਕ ਹੈ ਜੀ, ਜਾ ਕੇ ਵਰਕਰਾਂ ਕੋਲ ਮਿਲੀ ਜਾਂਦੇ। ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਆਹੀ ਕਾਂਗਰਸ ਸਰਕਾਰ ਜਿਹਦੇ ਉੱਤੇ ਇਲਜ਼ਾਮ ਲੱਗ ਰਿਹਾ ਨਾ ਇਹਨੇ ਕੁਝ ਨਹੀਂ ਕੀਤਾ 4 ਸਾਲ, ਇਹ ਨਾਲ ਦੀ ਨਾਲ ਗਿੜਨੀ ਸ਼ੁਰੂ ਹੋ ਜਾਣੀ ਸੀ। ਮੈਂ ਉਦੋਂ ਵੀ ਲਿਖਿਆ ਸੀ, ਕਈ ਵਾਰੀ ਬੋਲਿਆ ਸੀ ਵੀ ਸਿੱਧੂ ਸਾਹਿਬ ਤੁਸੀਂ ਤਾਂ ਸਰਕਾਰ 'ਚ ਨਹੀਂ ਰਹੇ, ਸਰਕਾਰ ਗੇੜ ਤੁਸੀਂ ਸਕਦੇ ਹੋ, ਗੇੜ ਇੱਦਾਂ ਸਕਦੇ ਹੋ ਵੀ ਤੁਸੀਂ ਚੁੱਪ ਕਰਕੇ ਡਿਸਟ੍ਰਿਕਟ ਵਾਈਜ਼ ਜਿਹੜੇ ਤੁਰ ਪਓ ਕਿ ਮੈਂ ਸਾਰੇ ਜਗ੍ਹਾ। ਹਾਂ, 2 ਸਾਲਾਂ ਦੇ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਹੋਰੀ ਕਿੱਥੇ ਹੁੰਦੇ? ਅੱਜ ਉਹਨਾਂ ਦਾ ਕੋਈ ਮੁਕਾਬਲਾ ਹੀ ਨਾ ਹੁੰਦਾ। ਉਹ ਸਾਰੇ ਈਵਨ ਕੈਂਡੀਡੇਟ ਵੀ ਉਹ ਇੰਨੇ ਉਹ ਖੜੇ ਕਰ ਲੈਂਦੇ। ਜਦੋਂ ਚੋਣਾਂ ਹੋਣੀਆਂ ਸੀਗੀਆਂ ਪਿਛਲੀਆਂ, ਤੁਹਾਨੂੰ ਯਾਦ ਹੋਣਾ ਹੈ ਕਿ ਇੰਗਲੈਂਡ ਦੇ ਵਿੱਚ ਬੈਠ ਕੇ ਸਿਆਸੀ ਹਿਲਜੁਲ ਹੋਈ ਸੀ। ਪੰਜਾਬ ਵਿਕਾਸ ਪਾਰਟੀ ਬਣੀ ਸੀ, ਇੱਕ ਰਜਿਸਟਰਡ ਹੋਈ ਸੀ, ਠੀਕ ਹੈ ਨਾ, ਕੈਪਟਨ ਸਾਹਿਬ ਨੇ ਬਣਾਈ ਸੀਗੀ ਉਹ। ਔਰ ਇਹ ਸੀਗਾ ਵੀ ਉਹਨਾਂ ਨੇ ਉਹਨੇ ਇੱਕ ਬੰਦੇ ਵੀ ਖੜੇ ਕਰ ਲਏ ਸੀ ਜਿਨ੍ਹਾਂ ਦੇ ਉਹਨਾਂ ਨੇ ਖੜਾ ਕਰ ਲੈਣਾ ਸੀ, ਉਹ ਚੁੱਪ ਕਰਕੇ ਲੱਗੇ ਰਹੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਗਰਾਊਂਡ ਦੇ ਨੇਤਾ ਨਹੀਂ ਹੈਗੇ, ਨਵਜੋਤ ਸਿੰਘ ਸਿੱਧੂ ਤਾਂ ਗਰਾਊਂਡ ਦੇ ਹੈਗੇ ਨੇ ਨੇਤਾ, ਕਰਾਊਡ ਪੁੱਲਰ ਨੇ। ਆਈ ਥਿੰਕ ਇਹਨਾਂ ਨੇ ਉਹ ਟਾਈਮ ਆਪਣਾ ਖਰਾਬ ਕਰ ਲਿਆ, ਉਹ ਸਮਾਂ ਜਿਹੜਾ ਮੁੜ ਕੇ ਹੱਥ ਨਹੀਂ ਆਉਂਦਾ। ਦੇਖੋ, ਬਣਾ ਲੈਣ ਪਾਰਟੀ ਤਾਂ ਕੋਈ ਰੋਕ ਤਾਂ ਨਹੀਂ ਸਕਦਾ। ਕਈ ਵਾਰੀ ਇਹ ਵੇਵ ਹੁੰਦੀ ਆ। 14 ਦੇ ਵਿੱਚ ਕਿਹੜਾ ਆਮ ਆਦਮੀ ਪਾਰਟੀ ਇੱਥੇ ਬਣੀ ਹੋਈ ਸੀ ਜਾਂ ਉਹਦੇ ਕੋਈ ਵਲੰਟੀਅਰ ਸੀ, ਕੋਈ ਵਰਕਰ ਸੀ?
ਲੋਕਾਂ ਦੀ ਹਵਾ ਦੇ ਵਿੱਚ ਹੀ 4 ਮੈਂਬਰ ਪਾਰਲੀਮੈਂਟ ਬਣਾਤੇ। 1999 ਦੇ ਵਿੱਚ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਕਿਹੜੀ ਪਾਰਟੀ ਸੀ? ਕਿੱਥੇ ਲਿਜਾ ਕੇ ਲੋਕਾਂ ਨੇ, ਕਿਤੇ ਪੰਜਾਬ ਦੇ ਲੋਕ ਜਿਹੜੇ ਨੇ ਨਾ ਜੀ ਮੌਕਾ ਦਿੰਦੇ ਆ। ਪੰਜਾਬ ਦੇ ਲੋਕਾਂ ਦੀ ਇਹ ਖਾਸੀਅਤ ਹੈ, ਇਹਨਾਂ ਨੂੰ ਜੇ ਕੋਈ ਮੈਚੁਰ ਤਰੀਕੇ ਨਾਲ ਦਿਸੇ ਕਿ ਆ ਬੰਦਾ ਸਾਡਾ ਕੁਝ ਕਰ ਸਕਦਾ। ਅੱਜ ਜਿੱਥੇ ਸਿਚੁਏਸ਼ਨ ਖੜੀ ਆ ਨਾ, ਅੱਜ ਲੋਕ ਉਡੀਕ ਰਹੇ ਆ ਕਿਸੇ ਕਿ ਕੋਈ ਆਵੇ ਯਾਰ, ਕੋਈ ਚੱਜ ਦੇ ਨਾਲ ਸੰਭਾਲੇ, ਸਾਡੇ ਬੱਚੇ ਕਿਸੇ ਤਰੀਕੇ ਨਾਲ ਬਾਹਰ ਜਾਣੋਂ ਹਟ ਜਾਣ। ਲੋਕਾਂ ਦਾ ਇਹ ਹੈ, ਤੁਸੀਂ ਜੇ ਮੈਚੁਰਿਟੀ ਦੇ ਨਾਲ ਕੋਈ ਗੱਲ ਕਰਕੇ, ਕੋਈ ਉਹਨਾਂ 'ਚ ਵਿਚਰ ਕੇ ਦੱਸ ਸਕਦੇ ਹੋ, ਲੋਕ ਤੁਰਨਗੇ ਜੀ, ਮੇਰੀ ਗਰੰਟੀ ਆ, ਲੋਕ ਤੁਰਨਗੇ। ਅੱਛਾ, ਇੱਕ ਗੱਲ ਦੱਸੋ ਪੰਨੂ ਸਾਹਿਬ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵੀ ਇੱਕ ਦੋਸ਼ ਲੱਗਦੇ ਨੇ ਕਿ ਉਹ ਵੀ ਜੀ ਜਨਤਾ ਨੂੰ ਮਿਲਦੇ ਨਹੀਂ ਹੈਗੇ, ਜਨਤਾ ਤੋਂ ਦੂਰ ਰਹਿੰਦੇ ਨੇ, ਜਨਤਾ ਨਾਲ ਉਹਨਾਂ ਦਾ ਕੋਈ ਰਾਬਤਾ ਨਹੀਂ, ਉਹਨਾਂ ਨੂੰ ਮਿਲ ਹੀ ਨਹੀਂ ਸਕਦਾ ਕੋਈ। ਅਤੇ ਅਕਸਰ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਹੋਣੀ, ਪ੍ਰਕਾਸ਼ ਸਿੰਘ ਬਾਦਲ ਹੋਣੀ, ਇਹ ਵੀ ਸਟੇਜਾਂ ਦੇ ਉੱਤੇ ਦੋਸ਼ ਲਾ ਦਿੰਦੇ ਨੇ ਵੀ ਇਹ ਤਾਂ ਮਿਲ ਨਹੀਂ ਸਕਦਾ ਜੀ, ਸਾਡੇ ਕੋਲ ਜਿਹੜਾ ਮਰਜ਼ੀ ਆਵੇ ਜੀ। ਬਾਦਲ ਸਾਹਿਬ ਨੂੰ ਵੀ ਜਿਹੜੇ ਉਹ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਕਿ ਮਿਲ ਸਕਦੇ ਨੇ ਲੋਕੀ। 5 ਵਾਰ CM ਰਹੇ ਨੇ, ਉਹਨਾਂ ਨਾਲ ਲੋਕੀ ਮਿਲਦੇ ਰਹੇ ਨੇ। ਉਹ ਆਪ ਜਾ ਕੇ ਜਿਹੜੇ ਵਾਰਡ ਬਾਈ ਵਾਰਡ ਵੀ ਪਿੱਛੇ ਜੇ ਜਾ ਕੇ ਉਹ ਇੱਥੇ 50 ਵਾਰਡਾਂ ਦੇ ਵਿੱਚ ਵੀ ਆ ਕੇ ਘੁੰਮ ਕੇ ਗਏ ਨੇ ਪਟਿਆਲੇ ਦੇ ਨੂੰ। ਪਰ ਇਹੀ ਚੀਜ਼ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਹੋਣਾ ਨਾਲ ਵੀ ਹੋ ਰਹੀ ਹੈ ਪਿਛਲੇ ਸਮੇਂ ਦੇ ਦੌਰਾਨ। ਜੇਕਰ ਦੇਖਿਆ ਜਾਵੇ, ਨਵਜੋਤ ਸਿੰਘ ਸਿੱਧੂ ਹੋਣਾ ਦੇ ਉੱਤੇ ਕਈ ਵਾਰ ਜਿਹੜੇ ਆ ਪੱਤਰਕਾਰਾਂ ਨਾਲ ਉਲਝਣ ਦਾ ਜਿਹੜਾ ਮਾਮਲਾ ਆਇਆ ਸਾਹਮਣੇ, ਧੱਕੇ ਮਾਰਨ ਦੇ ਵੀ ਮਾਮਲੇ ਸਾਹਮਣੇ ਆਏ ਨੇ, ਵੀਡੀਓ ਵੀ ਆਈਆਂ ਨੇ ਸਾਹਮਣੇ। ਸਵਾਲ ਨਹੀਂ ਪੁੱਛਣ ਦਿੰਦੇ ਪੱਤਰਕਾਰਾਂ ਨੂੰ, ਤੂੰ ਕਰਕੇ ਬੋਲਦੇ ਨੇ। ਗਲਤ ਜਿਹੜਾ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਵੀ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ ਪੱਤਰਕਾਰ ਸੰਮੇਲਨ ਦੇ ਵਿੱਚ। ਕੀ ਇਹ ਚੀਜ਼ ਜਿਹੜੀ ਹੈ ਉਹਨਾਂ ਦੇ ਖਿਲਾਫ ਨਹੀਂ ਜਾ ਰਹੀ ਕਿ ਜੇ ਦੇਖਣ ਵਾਲਾ ਜਿਹੜਾ ਪੱਤਰਕਾਰ ਸੰਮੇਲਨ ਦੇਖ ਰਿਹਾ, ਜਿਹੜਾ ਮੈਚੁਰ ਬੰਦਾ, ਜਿਹੜਾ ਸਿਆਣਾ ਬੰਦਾ, ਜਿਹਨੂੰ ਅਕਲ ਹੈ, ਉਹ ਇਹ ਚੀਜ਼ ਨੂੰ ਇਹ ਨਹੀਂ ਕਹੇਗਾ ਵੀ ਯਾਰ ਇਹ ਬੰਦਾ ਜਿਹੜਾ ਇਹ ਲੀਡਰੀ ਕਰਨ ਦੇ ਜਾਂ ਸਾਡੇ 'ਤੇ ਇਸ ਨੂੰ ਇਹਦੇ ਹੱਥ 'ਚ ਰਾਜ ਸੌਂਪਣ ਦਾ ਜਿਹੜਾ ਉਹ ਕੋਈ ਮਤਲਬ ਨਹੀਂ ਬਣਦਾ। ਨਹੀਂ, ਮੈਂ ਉਹਨਾਂ ਲੀਡਰਾਂ ਦੇ ਨਾਲ ਤਾਂ ਨਹੀਂ ਕੰਪੇਅਰ ਕਰਦਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ। ਇਸ ਕਰਕੇ ਨਹੀਂ ਕੰਪੇਅਰ ਕਰਦਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਰਪਟ ਤਾਂ ਨਹੀਂ ਹੈਗੇ ਨਾ, ਘੱਟੋ ਘੱਟ। ਮੈਂ ਕਰਪਸ਼ਨ ਦੀ ਗੱਲ ਨਹੀਂ ਕਰ ਰਿਹਾ, ਮੈਂ ਬੋਲਬਾਣੀ ਦੀ ਗੱਲ ਕਰ ਰਿਹਾ। ਮੈਂ ਉੱਦਾਂ ਗੱਲ ਕਰ ਰਿਹਾ ਜੀ। ਲੋਕ ਬਹੁਤ ਕੁਝ ਜਿਹੜਾ ਨਾ ਉਹ ਇਗਨੋਰ ਕਰ ਦਿੰਦੇ ਆ ਕਿ ਕਰਪਟ ਨਾ ਹੋਵੇ ਬੰਦਾ। ਨਹੀਂ, ਕਰਪਟ ਦੀ ਗੱਲ ਤਾਂ ਉਹ ਇੱਦਾਂ ਦਾ ਉਹਨਾਂ ਉੱਤੇ ਕੋਈ ਇਲਜ਼ਾਮ ਜਿਹੜਾ ਉਹ ਨਹੀਂ ਗਾ। ਥੋੜ੍ਹੀਆਂ ਚੀਜ਼ਾਂ ਨੇ ਜਿਹੜੀਆਂ ਇਹ ਨਹੀਂ ਹੈਗਾ ਕਿ ਉਹ ਸਿਰਫ ਆਲੋਚਨਾ ਹੀ ਆ। ਆਲੋਚਨਾ ਵੀ ਉਹਦੀ ਕੀਤੀ ਜਾਂਦੀ ਜਿਸ ਤੋਂ ਥੋੜ੍ਹਾ ਇਹ ਹੋਵੇ ਵੀ ਚਲੋ ਯਾਰ ਜੇ ਪੰਜਾਬ ਨੂੰ ਕੋਈ ਨੇਤਾ ਮਿਲ ਜੇ। ਅਸੀਂ ਤਾਂ ਖੁਦ ਮੈਂ ਪਰਸਨਲ ਤੌਰ 'ਤੇ ਤਾਂ ਇਸ ਗੱਲ ਦਾ ਜਿਹੜਾ ਜੀ ਉਹ ਹਾਮੀ ਹੈ ਕਿ ਕੁਝ ਲੀਡਰਸ਼ਿਪ ਜਿਹੜੀ ਉੱਠਣੀ ਚਾਹੀਦੀ ਹੈ। ਪੰਜਾਬ ਲੀਡਰਲੈਸ ਹੈ। ਅਸੀਂ ਧਾਰਮਿਕ ਤੌਰ 'ਤੇ ਵੀ ਲੀਡਰਲੈਸ ਹੋਏ ਪਏ ਹਾਂ, ਅਸੀਂ ਰਾਜਨੀਤਿਕ ਤੌਰ ਦੇ ਉੱਤੇ ਵੀ ਲੀਡਰਲੈਸ ਜਿਹੜਾ ਉਹ ਹੋਏ ਪਏ ਹਾਂ। ਇੰਨੀ ਸਿਕਿਉਰਿਟੀ ਜਿਹੜੀ ਉਹ ਨਾਲ ਰੱਖਣੀ, ਚੁਫੇਰੇ ਸਿਕਿਉਰਿਟੀ ਤੋਂ ਇਲਾਵਾ ਜਿਹੜੇ ਉਹ ਫੀਲੇ ਨੇ ਜਿਹੜੇ ਆਲੇ ਦੁਆਲੇ, ਉਹ ਰਾਜਨੀਤਿਕਾਂ ਨੂੰ ਖਰਾਬ ਕਰਦੇ ਆ ਜੀ। ਉਹ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ, ਕਿਸੇ ਦਾ ਫੋਨ ਨਹੀਂ। ਤੁਸੀਂ ਮੈਨੂੰ ਦੱਸੋ, ਕੋਈ ਦੱਸ ਦੇ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਿਸੇ ਦਾ ਫੋਨ ਚੱਕਦੇ ਆ ਜਾਂ ਕਿਸੇ ਦੇ ਨਾਲ ਉਹ ਗੱਲ ਕਰਦੇ ਆ? ਉਹਨਾਂ ਦੇ ਆਪਣੇ ਨਾਲ ਦੇ ਬੰਦੇ ਜਿਹੜੇ ਕੋਈ ਕਿਸੇ ਨਾਲ ਉਹ ਗੱਲ ਨਹੀਂ ਕਰਦੇ। ਕੁਲਵੰਤ ਸਿੰਘ ਜੀ, ਅੱਜ ਜੇ ਉਹਨਾਂ ਨੇ ਅੱਗੇ ਵਧਣਾ ਤਾਂ ਮੇਰੀ ਜਾਤੇ ਘੱਟੋ ਘੱਟ ਪੰਜਾਬ ਦੇ ਵਿੱਚੋਂ ਉਹ 10 ਬੰਦੇ ਤਾਂ ਉਹ ਚੁਣ ਲੈਣ ਜਿਨ੍ਹਾਂ ਨੂੰ ਕੋਈ ਲਾਲਚ ਨਹੀਂਗਾ, ਜਿਨ੍ਹਾਂ ਨੇ ਕੋਈ ਟਿਕਟ ਨਹੀਂ ਮੰਗਣੀ, ਜਿਨ੍ਹਾਂ ਨੇ ਕੋਈ ਕੋਈ ਚੇਅਰਮੈਨ ਹੀ ਨਹੀਂ ਮੰਗਣੀ, ਕੋਈ ਚੀਜ਼ ਨਹੀਂ ਉਹਨਾਂ ਨੇ ਜਿਹੜੀ ਉਹ ਮੰਗਣੀ। ਉਹ ਸਿਰਫ ਇਹ ਤਾਂ ਦੱਸ ਸਕਦੇ ਆ ਨਾ ਭਾਈ ਕਿੱਥੇ ਕਿਹੜੇ ਤਰੀਕੇ ਨਾਲ ਇਹ ਚੱਲ ਸਕਦਾ। ਜੇ ਤੁਸੀਂ ਕਹੋ ਮੈਨੂੰ ਸਾਰਾ ਕੁਝ ਪਤਾ, ਇੱਦਾਂ ਨਹੀਂ ਹੁੰਦਾ ਜੀ, ਇਸ ਤਰ੍ਹਾਂ ਨਹੀਂ ਹੁੰਦਾ। ਹਰ ਇੱਕ ਫੀਲਡ ਦੇ ਵਿੱਚ ਇੱਕ ਐਕਸਪਰਟ ਬੈਠਾ ਹੈ। ਔਰ ਪੰਜਾਬ ਦੇ ਕੋਲੇ ਤਾਂ ਪੰਜਾਬ ਦੀ ਇਹ ਬਿਊਟੀ ਹੈ, ਪੰਜਾਬ ਦੇ ਵਿੱਚ ਰਿਟਾਇਰਡ ਲੋਕ ਬੈਠੇ ਹੋਏ ਨੇ, ਪੰਜਾਬ ਦੇ ਵਿੱਚ ਉਹ ਇੰਟੈਲੈਕਚੁਅਲ ਲੋਕ ਬੈਠੇ ਨੇ ਜਿਹੜੇ ਦਿਮਾਗ ਦੇ ਧਨੀ ਨੇ, ਜਿਹੜੇ ਮਿੰਟੋ ਮਿੰਟੀ ਦੱਸ ਸਕਦੇ ਆ ਕਿ ਕਿਹੜੇ ਤਰੀਕੇ ਨਾਲ ਪੰਜਾਬ। ਇੰਪੋਸੀਬਲ ਕੁਛ ਨਹੀਂਗਾ, ਮੈਂ ਬੜਾ ਸਟਰੋਂਗਲੀ ਕਹਿੰਦਾ ਕਿ ਇੰਪੋਸੀਬਲ ਕੁਛ ਨਹੀਂਗਾ। ਪੰਜਾਬ ਮੁੜ ਕੇ ਲੀਹਾਂ ਤੇ ਆ ਸਕਦਾ, ਪੰਜਾਬ ਦਾ ਕਰਜ਼ਾ ਜਿਹੜਾ ਉਹ ਲੱਥਣ ਵੱਲ ਨੂੰ ਤੁਰ ਸਕਦਾ। ਦਿੱਲੀ ਜੇ 30,000 ਕਰੋੜ ਤੋਂ ਜਿਹੜਾ ਉਹ 65,000 ਕਰੋੜ ਤੇ ਆ ਸਕਦੀ ਹੈ, ਤੇ ਪੰਜਾਬ ਆ ਸਕਦਾ। ਪੰਜਾਬ ਥੋੜਾ ਦਿੱਲੀ ਨਾਲੋਂ ਵੱਖਰਾ ਹੈ ਜੀ ਕਿ ਉੱਥੇ ਇੰਡਸਟਰੀ ਬਹੁਤ ਹੈ, ਇੱਥੇ ਇੰਡਸਟਰੀ ਨਹੀਂ। ਪਰ ਇੱਥੇ ਖੇਤੀ ਨਾਲ ਰਿਲੇਟਡ ਜਿਹੜੀ ਸਮਾਲ ਸਕੇਲ ਇੰਡਸਟਰੀ ਹੈ। ਮੈਂ ਇੱਕ ਗੱਲ ਜਿਹੜੀ ਬੜੀ ਕਹਿੰਦਾ, ਜਿਹੜੇ ਪ੍ਰਵਾਸੀ ਨੇ ਬੈਠੇ ਕੁਲਵੰਤ ਸਿੰਘ ਜੀ, ਉਹ ਲੋਕ ਰਹਿੰਦੇ ਬਾਹਰਲੇ ਮੁਲਕਾਂ 'ਚ, ਜਿਉਂਦੇ ਇੱਥੇ ਆ ਉਹ। ਸਾਨੂੰ ਅੱਜ ਵੀ ਮੇਰਾ ਇਹ ਸਟਰੋਂਗ ਮੰਨਣਾ ਹੈ ਕਿ 1000 ਕਰੋੜ ਰੁਪਈਏ ਵਾਲੀਆਂ 2-2 ਕਰੋੜ ਰੁਪਈਏ ਵਾਲੀਆਂ ਇੰਡਸਟਰੀ ਵੱਲ ਝਾਕਣ ਦੀ ਜਗ੍ਹਾ ਦੇ ਉੱਤੇ ਸਾਨੂੰ 10-10 ਕਰੋੜ ਰੁਪਈਏ ਦੀ ਇੰਡਸਟਰੀ ਵੱਲ ਵੇਖਣਾ ਚਾਹੀਦਾ। ਤੇ ਉਹ NRI ਭਾਈਚਾਰਾ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਨਿਭਾ ਸਕਦਾ। ਉਹਨਾਂ ਨੂੰ ਨਾਲ ਲਿਆ ਜਾਵੇ, ਉਹਨਾਂ ਨੂੰ ਤਾਂ ਪੁੱਛਿਆ ਹੀ ਨਹੀਂ ਜਾ ਰਿਹਾ। ਕਿਸੇ ਟਾਈਮ ਤੁਸੀਂ ਦੇਖਿਆ ਹੋਣਾ ਇੱਥੇ NRI ਸੰਮੇਲਨ ਹੁੰਦੇ, ਸਭ ਬੰਦ ਕਰਤੇ ਜੀ, ਕਿਉਂਕਿ ਪਿਛਲੀਆਂ ਚੋਣਾਂ ਦੇ ਦੌਰਾਨ ਜੋ ਕੁਛ ਹੋਇਆ। ਹੁਣ ਉਹਨਾਂ ਨੂੰ ਨਹੀਂ ਪੁੱਛਿਆ ਜਾ ਰਿਹਾ। ਉਹਨਾਂ ਨੂੰ ਪੁੱਛ ਕੇ ਉਹਨਾਂ 'ਚੋਂ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਆਪੋ ਆਪਣੇ ਪਿੰਡਾਂ ਦੇ ਵਿੱਚ ਥੋੜ੍ਹੀਆਂ ਛੋਟੀਆਂ
ਖੇਤੀ ਨਾਲ ਰਿਲੇਟਡ ਇੰਡਸਟਰੀਆਂ ਜਿਹੜੀਆਂ ਉਹ ਲਾ ਸਕਦੇ ਆ। ਆਪਾਂ ਇਧਰ ਨੂੰ ਬਰਨਾਲੇ ਨੂੰ ਜਾਈਏ ਤਾਂ ਰਸਤੇ ਦੇ ਵਿੱਚ ਤੁਸੀਂ ਘਰਾਟ ਦੇ ਆਟਾ ਦੇਖਦੇ ਹੋ ਨਾ, ਕਿੰਨੇ ਲੋਕ ਉਹਨੂੰ ਖਰੀਦਦੇ ਆ। ਕੀ ਘਰਾਟ ਪੰਜਾਬ ਦੇ ਵਿੱਚ ਹੋਰ ਨਹੀਂ ਚੱਲ ਸਕਦੇ ਜੀ? ਲੋਕ ਅੱਜ ਉਸ ਪਾਸੇ ਵੱਲ ਨੂੰ ਵਾਪਸ ਜਾ ਰਹੇ ਆ, ਪੁਰਾਤਨ ਚੀਜ਼ਾਂ ਵੱਲ ਨੂੰ ਵਾਪਸ ਜਾ ਰਹੇ ਆ। ਉਹ ਇੰਡਸਟਰੀ ਆ, ਉਹ ਲੋਕ ਛੋਟੀ ਛੋਟੀ ਚਲਾ ਰਹੇ ਆ। ਇਹਨੂੰ ਪ੍ਰੋਫੈਸ਼ਨਲੀ ਤੌਰ ਦੇ ਉੱਤੇ ਕਿਉਂ ਨਹੀਂ ਚਲਾਇਆ ਜਾ ਸਕਦਾ ਜੀ ਪਿੰਡਾਂ ਦੇ ਵਿੱਚ? ਇਹ ਘਰਾਟਾਂ ਦਾ ਆਟਾ ਜਿਹੜਾ ਇਹਨੂੰ ਐਡਵਰਟਾਈਜ਼ ਜਿਹੜਾ ਬਾਕੀ ਸੂਬਿਆਂ ਦੇ ਵਿੱਚ ਕਿਉਂ ਨਹੀਂ ਕੀਤਾ ਜਾ ਸਕਦਾ? ਅੱਜ ਤੁਸੀਂ ਪੰਜਾਬ ਦੇ ਕਿਸੇ ਵੱਡੇ ਸਟੋਰ ਦੇ ਵਿੱਚ ਐਂਟਰ ਕਰਦੇ ਹੋ, ਉੱਥੇ ਸਭ ਤੋਂ ਪਹਿਲਾਂ ਸਾਈਨ ਲੱਗਿਆ ਹੁੰਦਾ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ ਇੱਧਰ ਮਿਲਦਾ। ਪੰਜਾਬ ਦੇ ਵਿੱਚ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ ਜਿਹੜਾ ਜੀ ਇੱਥੇ ਮਿਲਦਾ। ਹੁਣ ਇਹ ਕਿਹਨੇ ਦੇਖਿਆ ਕਿ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ? ਇਹ ਵੀ ਤਾਂ ਸਾਈਨ ਲੱਗ ਸਕਦੇ ਆ ਨਾ, ਘਰਾਟਾਂ ਵਾਲਾ ਆਟਾ ਇੱਧਰ ਮਿਲਦਾ। ਬਿਲਕੁਲ। ਔਰ ਮੈਕਸਿਮਮ ਲੋਕ ਉਧਰ ਨੂੰ ਜਿਹੜਾ ਜੀ ਜਾਣਗੇ। ਮੈਂ ਇੱਕ ਸਿੰਬੋਲਿਕ ਰੂਪ 'ਚ ਕਹਿ ਰਿਹਾ ਘਰਾਟਾਂ ਦੀ ਜਿਹੜੀ ਗੱਲ ਹੈ, ਜੇ ਖੇਤੀ ਦੇ ਨਾਲ ਰਿਲੇਟਡ ਛੋਟੀ ਇੰਡਸਟਰੀ, ਛੋਟੀ ਛੋਟੀ ਜਿਹੜੀ 2-2 3-3 ਪਿੰਡਾਂ ਨੂੰ ਕਵਰ ਕਰੇ, 10-10 ਕਰੋੜ 12-12 ਕਰੋੜ ਵਾਲੀ, ਸਾਨੂੰ ਵੱਡੀ ਇੰਡਸਟਰੀ ਵੱਲ ਵੇਖਣ ਦੀ ਲੋੜ ਨਹੀਂ ਪਊਗੀ। ਜਿਹੜੀ ਇੱਥੇ ਫਸਲ ਹੁੰਦੀ ਆ, ਜੋ ਕੁਝ ਹੁੰਦਾ, ਉਹਨੂੰ ਸੰਭਾਲਿਆ ਜਿਹੜਾ ਉਹ ਜਾ ਸਕੂਗਾ, ਉਹਦੀ ਚੰਗੀ ਵੱਟਤ ਜਿਹੜੀ ਆ ਉਹ ਮਿਲ ਸਕੂਗੀ, ਚੰਗਾ ਮੁੱਲ ਜਿਹੜਾ ਉਹ ਮਿਲ ਸਕੂਗਾ। ਇਹਦੇ ਵਾਸਤੇ ਪ੍ਰਵਾਸੀ ਪੰਜਾਬੀ ਸਭ ਤੋਂ ਵੱਡਾ ਰੋਲ ਜਿਹੜਾ ਉਹ ਨਿਭਾ ਸਕਦੇ ਆ। ਅਸੀਂ ਉਹਨਾਂ ਨੂੰ ਮਨਫੀ ਨਹੀਂ ਕਰ ਸਕਦੇ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ 'ਚ। ਬਿਲਕੁਲ। ਅੱਛਾ, ਹੁਣ ਆਪਾਂ ਨੇ ਪਿੱਛੇ ਜੇ ਗੱਲ ਕੀਤੀ ਸੀ ਲਾਸਟ ਜਾਂਦੇ ਆਪਾਂ ਥੋੜ੍ਹਾ ਜਿਹਾ, ਜੇ ਇਹ ਗੱਲ ਨਾ ਕੀਤੀ ਤਾਂ ਸ਼ਾਇਦ ਇਹ ਗੱਲ ਆਪਣੀ ਗੱਲਬਾਤ ਅਧੂਰੀ ਰਹਿ ਜਾਣੀ ਹੈ ਕਿ ਨਵਜੋਤ ਕੌਰ ਸਿੱਧੂ ਜਿਹੜੇ ਆਪਾਂ ਨੇ ਗੱਲਬਾਤ ਦੇ ਵਿੱਚ ਨਿਕਲ ਕੇ ਆਇਆ ਸੀਗਾ ਕਿ ਉਹ ਪਟਿਆਲੇ ਤੋਂ ਸ਼ਾਇਦ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਚੋਣ ਲੜ ਸਕਦੇ ਨੇ। ਅਜਿਹੇ ਵਿੱਚ ਜਿਹੜਾ ਫਿਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਖਿੱਚਤਾਣ ਹੋਰ ਜ਼ਿਆਦਾ ਵੱਧ ਸਕਦੀ ਹੈ, ਜਾਂ ਫਿਰ ਹੁਣ ਜਿਹੜੀ ਖਿੱਚਤਾਣ ਹੈਗੀ ਹੈ ਉਹਦਾ ਵੀ ਇੱਕ ਕਾਰਨ ਇਹੀ ਹੋ ਸਕਦਾ ਕਿ ਉਹਨਾਂ ਨੂੰ ਇੰਟੈਲੀਜੈਂਸ ਦੀਆਂ ਰਿਪੋਰਟਾਂ ਮਿਲ ਗਈਆਂ ਹੋਣ। ਦੇਖੋ, ਮੁੱਖ ਮੰਤਰੀ ਨੇ, ਮੁੱਖ ਮੰਤਰੀ ਨੂੰ ਹਰ ਰਿਪੋਰਟ ਹੋਊਗੀ, ਛੋਟੀ ਛੋਟੀ ਹੋਊਗੀ, ਨਿੱਕੀ ਨਿੱਕੀ ਗੱਲ ਦੀ ਜਿਹੜੀ ਉਹ ਰਿਪੋਰਟ ਹੁੰਦੀ ਕਿ ਕੀ ਹੋ ਰਿਹਾ। ਇੱਕ ਗੱਲ ਜਿਹੜੀ ਆ ਉਹ ਕੁਲਵੰਤ ਸਿੰਘ ਦੀ, ਇਹ ਤਾਂ ਸਾਨੂੰ ਮੰਨਣੀ ਚਾਹੀਦੀ ਨਾ, ਹਰ ਚੀਜ਼ ਦਾ ਇੱਕ ਉਭਾਰ ਹੈ, ਫਿਰ ਉਸ ਤੋਂ ਬਾਅਦ ਉਹਨੇ ਖਾਤਮੇ ਵੱਲ ਨੂੰ ਵੀ ਜਾਣਾ ਹੁੰਦਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪਰਿਵਾਰ ਨੇ ਰਾਜ ਕੀਤਾ, ਦੂਜੀ ਵਾਰੀ ਉਹ ਮੁੱਖ ਮੰਤਰੀ ਬਣੇ ਆ, ਤੇ ਅੱਗੋਂ ਜਿਹੜਾ ਸਿਆਸੀ ਤੌਰ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਪਰਿਵਾਰ ਇਸ ਵਿਰਾਸਤ ਨੂੰ ਅੱਗੇ ਤੋਰ ਸਕੂਗਾ। ਮੇਰੀ ਨਿੱਜੀ ਰਾਏ ਹੈ, ਹੋ ਸਕਦਾ ਮੈਂ ਗਲਤ ਵੀ ਹੋਵਾਂ। ਮੈਨੂੰ ਲੱਗਦਾ ਹੈ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਿਆਸੀ ਪਾਰੀ ਜਦੋਂ ਖਤਮ ਹੁੰਦੀ ਹੈ ਤੇ ਉਸ ਤੋਂ ਬਾਅਦ ਮਹਿਲ ਐਕਟਿਵ ਨਹੀਂ ਰਹੂਗਾ ਜੀ, ਕਿਉਂਕਿ ਪ੍ਰਨੀਤ ਕੌਰ ਹੋਰੀ ਇੱਕ ਵਾਰੀ ਪਹਿਲਾਂ ਡਾਕਟਰ ਗਾਂਧੀ ਹੋਰਾਂ ਨੇ ਹਰਾਤਾ ਉਹਨਾਂ ਨੂੰ, ਐਤਕੀ ਉਹ ਜਿੱਤ ਗਏ, ਪਰ ਉਹਨਾਂ ਦੀਆਂ ਸਰਗਰਮੀਆਂ ਆਪਾਂ ਵੀ ਦੇਖ ਰਹੇ ਹਾਂ। ਪਟਿਆਲੇ ਦੇ ਵਿੱਚ ਕੋਈ ਹੈ ਨਹੀਂ ਇੰਨੀਆਂ ਜਿਹੜੀਆਂ ਜੀ, ਕਿਉਂਕਿ ਸਰਕਾਰ ਨਹੀਂ ਬਣੀ, ਕਾਂਗਰਸੀ ਸਰਕਾਰ ਬਣਦੀ। ਹਾਲਾਂਕਿ ਜਦੋਂ ਉਹ ਮਿਨਿਸਟਰ ਬਣੇ ਸੀਗੇ ਆਪਣੇ ਸੈਂਟਰ ਦੇ ਵਿੱਚ, ਤੇ ਉਹ ਬਹੁਤ ਸਾਰਾ ਕੁਝ ਲਿਆ ਸਕਦੇ ਸੀ। ਇੱਥੇ ਪਾਸਪੋਰਟ ਅਫਸਰ ਤਾਂ ਡਾਕਟਰ ਗਾਂਧੀ ਲੈ ਕੇ ਆਏ। ਹਾਂ, ਉਹ ਜਿਹੜੇ ਮਿਨਿਸਟਰ ਨਹੀਂ ਸੀ, ਡਾਕਟਰ ਗਾਂਧੀ ਹੁਣੀ ਤਾਂ ਇੱਕ ਛੋਟੀ ਜਿਹੀ ਪਾਰਟੀ ਜਿਹਦੇ 4 ਮੈਂਬਰ ਪਾਰਲੀਮੈਂਟ ਸੀ, ਉਹਦੇ ਵੱਲੋਂ ਸੀ। ਡਾਕਟਰ ਗਾਂਧੀ ਹੋਰਾਂ ਦੀਆਂ ਗ੍ਰਾਂਟਾਂ ਅੱਜ ਵੀ ਬੋਲਦੀਆਂ ਨੇ, ਪਿੰਡਾਂ ਦੇ ਵਿੱਚ ਦਿੱਤੀਆਂ ਹੋਈਆਂ। ਪ੍ਰਨੀਤ ਕੌਰ ਹੋਰਾਂ ਦੀਆਂ ਨਹੀਂ ਬੋਲਦੀਆਂ ਜੀ ਜਿਹੜੀਆਂ, ਉਹ ਉਦੋਂ ਨਹੀਂ ਲਿਆ ਸਕੇ। ਐਤਕੀ ਵੀ ਉਹਨਾਂ ਦੀ ਕੋਈ ਸਰਗਰਮੀ ਬਹੁਤ ਜ਼ਿਆਦਾ ਨਹੀਂ ਜਿਹੜੀ ਉਹ ਦਿਸਦੀ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਜਿਹੜੀ ਦੌੜ ਹੈ, ਇਹ ਅਗਲੀ ਦੌੜ ਜਿਹੜੀ ਉਹ ਸ਼ੁਰੂ ਹੋ ਗਈ ਹੋਈ ਹੈ ਕਿ ਜੇ ਉਹ ਮਹਿਲ ਜਿਹੜਾ ਮੋਤੀ ਮਹਿਲ ਹੈ ਉਹ ਕਮਜ਼ੋਰ ਹੁੰਦਾ ਤਾਂ ਫਿਰ ਉਹਦੀ ਜਗ੍ਹਾ ਕੌਣ ਲੈਂਦਾ? ਕਿਉਂਕਿ ਪਟਿਆਲਾ ਹਮੇਸ਼ਾ ਪੰਜਾਬ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਇੱਕ ਬਹੁਤ ਵੱਡਾ ਰੋਲ ਜਿਹੜਾ ਉਹ ਨਿਭਾਉਂਦਾ ਰਿਹਾ ਜੀ। ਇਹਨੂੰ ਸਿਆਸੀ ਰਾਜਧਾਨੀ ਕਿਹਾ ਜਾਂਦਾ, ਚਾਹੇ ਗੁਰਚਰਨ ਸਿੰਘ ਟੌੜਾ ਹੋਰਾਂ ਵਾਲਾ ਤੁਸੀਂ ਸਮਾਂ ਦੇਖ ਲਓ, ਉਦੋਂ ਪਹਿਲਾਂ ਜਿਹੜਾ ਕਿਰਪਾਲ ਸਿੰਘ ਬਡੂਗਰ ਹੋਰੀ ਇੱਥੋਂ ਜਿਹੜਾ ਜੀ ਹੋਇਆ ਜੀ, ਠੀਕ ਹੈ ਨਾ ਜੀ। ਤੋ ਇਹ ਇਸ ਕਰਕੇ ਇਹਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਜੀ। ਸੇਵਾ ਸਿੰਘ ਠੀਕਰੀ ਵਾਲਾ ਤੁਸੀਂ ਦੇਖ ਲਓ ਜੀ, ਪੁਰਾਤਨ ਤੁਸੀਂ ਦੇਖ ਲਓ, ਇਹਨੂੰ ਆਪਾਂ ਕਿਸੇ ਵੀ ਹਾਲਤ 'ਚ ਮਨਫੀ ਨਹੀਂ ਕਰ ਸਕਦੇ। ਮੇਰਾ ਖਿਆਲ ਕੁਝ ਪਰਿਵਾਰ ਜਿਹੜੇ ਨੇ ਉਹ ਇਹ ਦੇਖਦੇ ਨੇ ਕਿ ਜੇ ਜਦੋਂ ਸਿਆਸਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ, ਹਾਲਾਂਕਿ ਸਿਆਸਤ 'ਚ ਕੋਈ ਰਿਟਾਇਰਮੈਂਟ ਲੈਂਦਾ ਨਹੀਂ ਸਾਡੇ ਇੱਥੇ ਤਾਂ ਕੋਈ ਵੀ ਨਹੀਂ ਲੈਂਦਾ, ਪਰ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਸਿਆਸੀ ਪਾਰੀ ਆ ਉਹ ਬਹੁਤ ਲੰਬੀ ਨਾ ਹੋਵੇ। ਜੇ ਅਗਲੀ ਟਰਮ ਦੇ ਵਿੱਚ ਉਹ ਮੁੱਖ ਮੰਤਰੀ ਦਾ ਫੇਸ ਬਣਦੇ ਵੀ ਆ, ਕਾਂਗਰਸ ਜਿੱਤਦੀ ਵੀ ਆ, ਤਾਂ ਵੀ ਸ਼ਾਇਦ, ਕਿਉਂਕਿ ਉਹਨਾਂ ਦੇ ਉੱਤੇ ਦਬਾਅ ਰਹੂਗਾ ਇਸ ਗੱਲ ਦਾ ਕਿ ਉਹਨਾਂ ਨੇ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਇਹ ਮੇਰੀ ਲਾਸਟ ਚੋਣ ਹੈ। ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵਿਰਾਸਤ 'ਚ ਕੌਣ ਜਿਹੜਾ ਅੱਗੇ ਆਊਗਾ? ਬੇਸ਼ੱਕ ਉਹਨਾਂ ਦੀ ਬੇਟੀ ਇੱਥੇ ਸ਼ਹਿਰ ਦੇ ਵਿੱਚ ਉਹ ਸਰਗਰਮ ਨੇ, ਪਰ ਉਹਨਾਂ ਦੀ ਜਿਹੜੀ ਸਰਗਰਮੀ ਹੈ, ਠੀਕ ਆ, ਉਹ ਸਰਕਾਰ ਕਰਕੇ ਸਰਗਰਮੀ ਹੈ। ਜਦੋਂ ਸਰਕਾਰ ਨਹੀਂ ਰਹਿੰਦੀ ਫਿਰ ਉਹੋ ਜਿਹੀ ਸਰਗਰਮੀ ਮੈਨੂੰ ਨਹੀਂ ਜਿਹੜਾ ਦਿਸਦੀ। ਰਣਿੰਦਰ ਸਿੰਘ ਟਿੱਕੂ ਹੋਰੀ ਕਿਸੇ ਸਿਆਸਤ ਦੇ ਵਿੱਚ ਨਹੀਂ ਦਿਸਦੇ। ਇਸ ਕਰਕੇ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪਰਿਵਾਰ ਦਾ ਇਹ ਫੈਸਲਾ ਵੀ ਇਹ ਘਰ ਨੂੰ ਰੈਨੋਵੇਟ ਕਰਕੇ ਇੱਥੇ ਇਹਨੂੰ ਉਭਾਰਿਆ ਜਾਵੇ ਜਿਹੜਾ ਜੀ, ਤਾਂ ਇਹ ਉਹਦਾ ਰੀਜ਼ਨ ਹੋ ਸਕਦਾ। 24 ਅਜੇ ਦੂਰ ਹੈ,
24 ਚ ਕਾਂਗਰਸ ਹਾਈ ਕਮਾਂਡ ਕਿਹਨੂੰ ਟਿਕਟ ਦਿੰਦੀ ਆ, ਸਿੱਧੂ ਸਾਹਿਬ ਕਾਂਗਰਸ ਹੁੰਦੇ ਨੇ ਨਹੀਂ ਹੁੰਦੇ, ਇਹ ਬਾਅਦ ਦੀਆਂ ਗੱਲਾਂ ਨੇ, ਪਰ ਉਹ ਤਿਆਰੀ ਕਰ ਰਹੇ ਆ। ਸਿੱਧੂ ਸਾਹਿਬ ਨੂੰ ਜਿਹੜਾ 2 ਸਾਲ ਇਹਨਾਂ ਨੇ ਚੁੱਪ ਰਿਹਾ, ਕਾਂਗਰਸ ਹਾਈ ਕਮਾਂਡ ਨੇ ਇਹਨਾਂ ਨੂੰ ਕੁਛ ਨਾ ਕੁਛ ਤਾਂ ਇਹਨਾਂ ਨੂੰ ਕਹਿ ਰੱਖਿਆ ਹੋਣਾ, ਭਰੋਸਾ ਦਿੱਤਾ ਹੋਣਾ ਵੀ ਆਉਣ ਵਾਲੇ ਸਮੇਂ ਤੁਹਾਡੇ ਨਾਲ ਆਹ ਕੀਤਾ ਜਾਏਗਾ ਜਾਂ ਤੁਹਾਨੂੰ ਆਹ ਦਿੱਤਾ ਜਾਏਗਾ, ਤਾਂ ਤੁਸੀਂ ਇਹ ਬੋਲਣਾ ਨਹੀਂ ਹੈਗਾ, ਤੁਸੀਂ ਚੁੱਪ ਰਹਿਣਾ। ਪਰ ਉਹ ਬੋਲਣ ਦਾ ਜਿਹੜਾ ਚੁੱਪ ਰਹਿਣ ਦਾ ਨੁਕਸਾਨ ਵੀ ਹੋਇਆ ਇਹਨਾਂ ਨੂੰ। ਕਾਂਗਰਸ ਹਾਈ ਕਮਾਂਡ ਕੋਲੇ ਭਰੋਸੇ ਦੇਣ ਤੋਂ ਬਿਨਾਂ ਹੈ ਕੀ ਹੋਰ ਜੀ। ਕਾਂਗਰਸ ਬਹੁਤ ਕਮਜ਼ੋਰ ਜਿਹੜੀ ਹੋ ਗਈ। ਅੱਜ ਦੇਖੋ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਹੋਣੀਆਂ ਨੇ, ਜਦੋਂ ਨਤੀਜੇ ਆਉਣਗੇ ਮਈ 'ਚ ਆਪਾਂ ਗੱਲ ਕਰਾਂਗੇ, ਇਹ ਬਹੁਤ ਵੱਡਾ ਇੱਕ ਰੋਲ ਨਿਭਾਉਣਗੀਆਂ ਭਾਰਤ ਦੀ ਰਾਜਨੀਤੀ ਦੇ ਉੱਤੇ, ਖਾਸ ਕਰਕੇ ਖੇਤੀ ਕਾਨੂੰਨਾਂ ਨੂੰ। ਜੇ ਪੱਛਮੀ ਬੰਗਾਲ ਦੇ ਵਿੱਚੋਂ ਮਮਤਾ ਬੈਨਰਜੀ ਹੋਰੀ ਮੁੜ ਕੇ ਜਿੱਤ ਜਾਂਦੇ ਆ, ਮੇਰੀ ਜਾਚੇ ਉਹ ਪ੍ਰਾਈਮ ਮਿਨਿਸਟਰ ਜਿਹੜਾ ਮਟੀਰੀਅਲ ਨੇ ਤੇ ਉਹ ਉਭਰਨਗੇ ਔਰ ਇੱਕ ਨਵਾਂ ਗੱਠਜੋੜ ਉਭਰੂਗਾ। ਇਹ ਲੈਸ ਦੈਨ ਕਾਂਗਰਸ ਵੀ ਹੋ ਸਕਦਾ ਹੈ, ਜਾਂ ਕਾਂਗਰਸ ਉਹਦੇ ਵਿੱਚ ਇੱਕ ਧਿਰ ਹੋ ਸਕਦੀ ਹੈ ਯੂਪੀਏ ਦੇ ਵਿੱਚ, ਯੂਪੀਏ ਨੂੰ ਲੀਡ ਕਰਨ ਵਾਲੀ ਧਿਰ ਹੋ ਸਕਦਾ ਕਿ ਉਹ ਨਾ ਰਹੇ। ਔਰ ਇਹ ਮੇਰਾ ਖਿਆਲ ਇਹ ਹੋਣਾ ਚਾਹੀਦਾ, ਇਹ ਸਮੇਂ ਦੀ ਲੋੜ ਹੈ। ਕਾਂਗਰਸ ਦੇ ਉੱਤੇ ਮੁਲਕ ਦੇ ਲੋਕ ਕਿੰਨੀ ਕੁ ਦੇਰ ਭਰੋਸਾ ਜਿਹੜਾ ਜੀ ਉਹ ਕਰੀ ਜਾਣਗੇ ਵੀ ਇਹ ਉਭਰੂਗੀ, ਇਹ ਉਭਰੂਗੀ, ਉਹ ਡੇ ਬਾਈ ਡੇ ਥੱਲੇ ਤੁਰੀ ਜਾਂਦੀ ਹੈ ਜੀ। ਹਾਲਾਤ ਇਹ ਨੇ ਜੀ, ਉਹ ਆਪਣਾ ਰਾਹੁਲ ਗਾਂਧੀ ਹੁਣੇ ਤਾਂ ਅੱਜ ਕੱਲ੍ਹ ਉਹਨਾਂ ਨੂੰ ਅਮਰੀਕਾ ਨੂੰ ਕਹਿਣ ਲੱਗ ਗਏ ਨੇ ਤੁਸੀਂ ਕਿਉਂ ਨਹੀਂ ਬੋਲਦੇ, ਤੁਸੀਂ ਤਾਂ ਬੋਲੋ ਸਾਡੇ ਹੱਕ ਦੇ ਵਿੱਚ। ਉਹਨਾਂ ਦੇ ਐਕਚੁਅਲੀ ਕਾਂਗਰਸ ਦੇ ਅੰਦਰ ਹੀ ਜਿਹੜਾ G23 ਵਾਲਾ ਉਹੀ ਬਹੁਤ ਕੁਝ ਜਿਹੜਾ ਦੀ ਉਹ ਚੱਲੀ ਜਾਂਦਾ। ਇਹ ਆਈ ਥਿੰਕ ਬਹੁਤ ਕੁਝ ਜਿਹੜਾ ਦੀ ਉਹ ਚੱਲ ਰਿਹਾ। ਮੇਰੀ ਚਾਚੇ ਅੱਜ ਵੀ ਕੁਲਵੰਤ ਸਿੰਘ ਜੀ ਮੈਂ ਸੋਚਦਾ ਹਾਂ ਕਿ ਜਿਹੜੇ ਕੈਪਟਨ ਸੈਕੰਡ ਟਰਮ ਜਿਹੜੀ ਸੀਗੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ, ਉਦੋਂ ਪਹਿਲਾਂ ਜਿਹੜੇ ਖੱਬੇ ਸੱਜੇ ਵੱਖਰੇ ਹੋਏ ਆ ਨਾ, ਉਹ ਕਾਂਗਰਸ ਨੂੰ ਉਹਨਾਂ ਦੇ ਨਾਲ ਗੱਠਜੋੜ ਕਰੀ ਰੱਖਣਾ ਚਾਹੀਦਾ ਸੀ। ਉਹ ਖਾਤਮੇ ਵੱਲ ਨੂੰ ਚਲੇ ਗਏ, ਡਾਊਨ ਚਲੇ ਗਏ, ਭਾਰਤੀ ਜਨਤਾ ਪਾਰਟੀ ਦਾ ਬਾਹਰ ਹੋ ਗਿਆ ਜੀ, ਠੀਕ ਹੈ ਨਾ। ਔਰ ਡਾਕਟਰ ਮਨਮੋਹਨ ਸਿੰਘ ਹੋਰੀ ਸ਼ਰੀਫ ਵਿਅਕਤੀ ਸੀ, ਉਹਨਾਂ ਦੀ ਸੈਕੰਡ ਟਰਮ ਦੇ ਵਿੱਚ ਉਹ ਉਹਨਾਂ ਦੇ ਉੱਤੇ ਲੱਗਦੇ ਇਲਜ਼ਾਮਾਂ ਦਾ ਜਵਾਬ ਨਹੀਂ ਦੇ ਸਕੇ। ਜਿਵੇਂ ਭਾਰਤੀ ਜਨਤਾ ਪਾਰਟੀ ਦਾ ਆਈਟੀ ਵਿੰਗ ਇੱਕਦਮ ਜਿਹੜਾ ਉਹ ਸਰਗਰਮ ਹੋ ਜਾਂਦਾ, ਉਹ ਕਿਸੇ ਨੂੰ ਬੋਲਣ ਨਹੀਂ ਜਿਹੜਾ ਜੀ, ਉਹ ਚੁੱਪ ਕਰਕੇ, ਜਾਂ ਇਹ ਰਾਜਾ ਹੋ ਗਿਆ, ਕਨੀ ਬੋਜੀ ਹੋ ਗਈ, ਆਲੇ ਦੁਆਲੇ ਵਾਲੇ ਜਿਹੜੇ ਸੀਗੇ ਉਹਨਾਂ ਨੇ ਇੰਨਾ ਕੁਝ ਜਿਹੜਾ ਜੀ ਉਹ ਕਰ ਲਿਆ ਉਦੋਂ ਕਿ ਉਹਨੇ ਕਾਂਗਰਸ ਦੀ ਛਵੀ ਜਿਹੜੀ ਉਹਨਾਂ ਨੂੰ ਕੁਛ ਨਹੀਂ ਹੋਇਆ, ਕਿਉਂਕਿ ਓਰੀਜਨਲ ਪਾਰਟੀਆਂ ਵਾਲੇ ਸੀਗੇ। ਕਾਂਗਰਸ ਦੀ ਛਵੀ ਜਿਹੜੀ ਸੀਗੀ ਜੀ ਉਹ ਖਰਾਬ ਹੋ ਗਈ। ਦੂਜੀ ਗੱਲ, ਇੱਕ ਪਰਿਵਾਰ ਦੇ ਉੱਤੇ ਟੇਕ ਜਿਹੜੀ ਲੱਗੀ ਰਹੀ ਨਾ, ਅੱਜ ਵੀ ਰਾਹੁਲ ਗਾਂਧੀ ਹੋਰੀ ਪ੍ਰਾਈਮ ਮਿਨਿਸਟਰ ਜਿਹੜੇ ਜੀ ਉਹ ਬਣ ਗਏ। ਜੇ ਰਾਹੁਲ ਗਾਂਧੀ ਹੋਰਾਂ ਨੇ ਪ੍ਰਾਈਮ ਮਿਨਿਸਟਰ ਬਣਨਾ ਸੀ ਤੇ ਇੱਕ ਗਲਤੀ ਉਹ ਵੀ ਕਰ ਬੈਠੇ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਦੇ ਵੇਲੇ ਉਹ ਕੋਈ ਮੰਤਰਾਲਾ ਲੈ ਲੈਂਦੇ। ਇਹ ਤਾਂ ਪਤਾ ਲੱਗਦਾ ਨਾ ਕਿ ਜਿਵੇਂ ਸਿੱਧੂ ਸਾਹਿਬ ਛੱਡ ਕੇ ਆ ਗਏ, ਸਿੱਧੂ ਸਾਹਿਬ ਚਲਾਉਂਦੇ, ਪਾਵਰ ਮੰਤਰਾਲਾ ਮਿਲਿਆ ਸੀ ਉਹਨੂੰ ਚਲਾਉਂਦੇ। ਐਕਸਪੀਰੀਅੰਸ ਤਾਂ ਹੁੰਦਾ ਨਾ, ਲੋਕਾਂ ਨੂੰ ਇਹ ਤਾਂ ਦਿਸਦਾ ਨਾ ਵੀ ਆਹ ਕਰਕੇ ਦੱਸਿਆ, ਠੀਕ ਹੈ ਨਾ ਜੀ। ਜਿੰਨੀ ਦੇਰ ਤੱਕ ਤੁਸੀਂ ਕਰਕੇ ਨਹੀਂ ਦੱਸਦੇ, ਲੋਕੀ ਉਨੀ ਦੇਰ ਤੱਕ ਯਕੀਨ ਨਹੀਂ ਜਿਹੜਾ ਜੀ ਉਹ ਕਰਦੇ। ਸੋ ਪੰਨੂ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਥੈਂਕ ਯੂ। ਸਾਨੂੰ ਬਲਤੇਜ ਪੰਨੂ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਨਵਜੋਤ ਸਿੰਘ ਸਿੱਧੂ ਹੋਣਾ ਨੇ ਜਿਹੜਾ ਪੱਤਰਕਾਰ ਸੰਮੇਲਨ ਕੀਤਾ ਪਟਿਆਲੇ ਦੇ ਅੰਦਰ, ਉਸਦੇ ਮਾਇਨੇ ਕੀ ਨਿਕਲ ਕੇ ਸਾਹਮਣੇ ਆਉਂਦੇ ਨੇ ਉਹ ਸਮਝਾਇਆ। ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਣਾ ਦੀ ਸੀਨੀਅਰਟੀ ਨਹੀਂ ਬਣਦੀ, ਉਹ ਉਹਨਾਂ ਨੂੰ ਕਿਵੇਂ ਪ੍ਰਧਾਨਗੀ ਦੇ ਦਿੱਤੀ ਜਾਵੇ ਜਾਂ ਕਿਵੇਂ ਵੱਡਾ ਅਹੁਦਾ ਦੇ ਦਿੱਤਾ ਜਾਵੇ। ਉਹਨਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਬੜੇ ਲੋਕ ਜਿਹੜੇ ਨੇ ਬੈਠੇ ਨੇ, ਕਾਂਗਰਸ ਟਕਸਾਲੀ ਕਾਂਗਰਸੀ ਨੇ, ਉਹਨਾਂ ਦੀ ਸੀਨੀਅਰਟੀ ਬਣਦੀ ਆ। ਜਦਕਿ ਕੈਪਟਨ ਅਮਰਿੰਦਰ ਸਿੰਘ ਹੁਣ ਵੀ ਕਿਸੇ ਵੇਲੇ ਜਦੋਂ ਆਏ ਸੀਗੇ ਕਾਂਗਰਸ ਵਿੱਚ, ਆਉਣ ਸਾਰ ਪਹਿਲਾਂ ਉਹ MP ਦੀ ਟਿਕਟ ਲੈ ਗਏ ਅਤੇ ਫਿਰ ਉਹਨਾਂ ਨੂੰ ਪ੍ਰਧਾਨਗੀ ਲਿੱਤੀ ਅਤੇ ਬਾਅਦ ਵਿੱਚ ਮੁੱਖ ਮੰਤਰੀ ਵੀ ਬਣ ਗਏ, 2 ਵਾਰ ਮੁੱਖ ਮੰਤਰੀ ਬਣੇ ਨੇ। ਅਤੇ ਉਸ ਵੇਲੇ ਵੀ ਜਿਹੜੇ ਸੀ ਕਈ ਜਿਹੜੇ ਸੀਗੇ ਸੀਨੀਅਰ ਆਗੂ ਬੈਠੇ ਸੀਗੇ। ਸੋ ਸਵਾਲ ਜਿਹੜੇ ਸੀ ਵੱਡੇ ਖੜੇ ਹੋਏ ਸੀਗੇ, ਜਵਾਬ ਜਿਹੜੇ ਸੀ ਗੱਲਬਾਤ ਦੇ ਵਿੱਚ ਨਿਕਲ ਕੇ ਸਾਹਮਣੇ ਆਏ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।